ਆਦਮੀ ਪਾਰਟੀ ਨੇ ਉਹ ਸਾਰੇ ਬੰਦੇ ਝਟਕਾਏ ਜਿਨ੍ਹਾਂ ਦੇ ਸਿਰ ਤੇ ਪਾਰਟੀ ਦਾ ਕਿਸੇ ਵੇਲੇ ਸਤਿਕਾਰ ਵਧੇ। ਇਹ ਪਹਿਲਾਂ ਇੱਕ ਆਪਦਾ ਬੰਦਾ ਫੜਦੇ ਆ ਤੇ ਲੋਕਾਂ 'ਚ ਪ੍ਰਭਾਵ ਜਾਂਦਾ ਵੀ ਮਾੜੇ ਕੰਮ ਕਰਨ ਵਾਲਾ ਤਾਂ ਇਹ ਆਪਦਾ ਬੰਦਾ ਵੀ ਨਹੀਂ ਛੱਡਦਾ, ਤੇ 4-5 ਫਿਰ ਦੂਜਿਆਂ ਦੇ ਚੱਕ ਲੈਂਦੇ ਆ, ਦੂਜੀਆਂ ਸਿਆਸੀ ਪਾਰਟੀਆਂ ਦੇ, ਫਿਰ ਆਪਦੇ ਬੰਦੇ ਨੂੰ ਕਲੀਨ ਚਿੱਟ ਦੇ ਲੈਂਦੇ ਆ ਤੇ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਟੰਗ ਦਿੰਦੇ ਆ। ਪੰਜਾਬ ਦੀ ਸਿਆਸਤ ਉੱਤੇ ਕਬਜ਼ਾ ਕਰਨ ਤੋਂ ਬਾਅਦ ਆ ਸਾਰਾ ਕੁਝ ਖੇਡਿਆ ਜਾ ਰਿਹਾ। ਇਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਦਾ ਹੋਇਆ, ਭਾਵੇਂ ਉਹਦੇ ਕਾਰਨ ਉਹਨਾਂ ਨੇ ਆਪ ਪੈਦਾ ਕੀਤੀ। ਜਿਹੜੀ ਉਹਨਾਂ ਦਾ ਪੱਕਾ ਹਮਾਇਤੀ ਵੋਟ ਸੀ, ਪੰਥਕ ਸ਼ਕਤੀ ਤੇ ਕਿਸਾਨੀ, ਇਹਨਾਂ ਦੋਨਾਂ ਨੂੰ ਪੂਰੀ ਮਿਹਨਤ ਨਾਲ ਆਪਦੇ ਨਾਲੋਂ ਤੋੜਿਆ। ਸੋ ਪੰਥਕ ਵੋਟ ਬੈਂਕ ਤੇ ਕਿਸਾਨੀ ਨਾਲ ਸੰਬੰਧਿਤ ਵੋਟ ਬੈਂਕ ਇਹ ਗਵਾ ਕੇ ਅੱਜ ਦੀ ਤਰੀਕ 'ਚ ਜਿੱਥੇ ਮਰਜ਼ੀ ਖੜ ਜਾਣ ਬਾਦਲ ਧੜੇ ਵਾਲੇ, ਉਹਨਾਂ ਨੂੰ ਵੋਟ ਨਹੀਂ ਪੈਂਦੀ। ਜਿਹੜੇ ਬਾਦਲ ਧੜੇ ਦੇ ਆਗੂ ਨੇ ਉਹਨਾਂ ਦੀ ਸਭ ਤੋਂ ਮਾੜੀ ਗੱਲ ਜੇ ਕੋਈ ਹੈ ਤਾਂ ਉਹ ਇਹ ਹੈ ਕਿ ਉਹ ਅੱਜ ਵੀ ਪੰਥਕ ਵੋਟ ਬੈਂਕ ਨੂੰ ਜਲੀਲ ਕਰਦੇ। ਜੇ ਬਾਦਲ ਕਿਆਂ ਤੋਂ ਦੁਖੀ ਆ ਤਾਂ ਫਿਰ ਇਹਦਾ ਕੋਈ ਨਵਾਂ ਅਲਟਰਨੇਟਿਵ ਦੇਣਾ ਪੈਣਾ। ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਇਹ ਥੋੜੀ ਬਦਲ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2-3 ਮਸਲੇ ਜਿਹੜੇ ਇਹਨਾਂ ਦਿਨਾਂ 'ਚ ਚਰਚਾ 'ਚ ਨੇ, ਉਹਨਾਂ ਵਿੱਚੋਂ ਇੱਕ ਤਾਂ ਹੈ ਕਿ ਆਮ ਆਦਮੀ ਪਾਰਟੀ ਨੇ ਆਪਦੇ ਵਿਧਾਇਕ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਲਈ ਪਾਰਟੀ ਤੋਂ ਮੁਅੱਤਲ ਕਰਤਾ ਹੈ। ਦੂਜਾ ਮਸਲਾ ਉਹੀ ਜਿਹੜਾ ਬਿਕਰਮਜੀਤ ਸਿੰਘ ਮਜੀਠੀਏ ਦੀ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਪੁੱਛਗਿੱਛ ਹੋ ਰਹੀ ਆ, ਜਿਹਦੇ ਤਹਿਤ ਕਈ ਜਿਹੜੇ ਵੱਡੀਆਂ ਚਰਚਿਤ ਸ਼ਖਸੀਅਤਾਂ ਨੇ ਅਲੱਗ-ਅਲੱਗ ਕਾਰਨਾਂ ਕਰਕੇ ਉਹਨਾਂ ਨੂੰ ਸੱਦ ਕੇ ਪੁੱਛਗਿੱਛ ਕੀਤੀ ਜਾ ਰਹੀ ਆ, ਤੇ ਹੋਰ ਵੀ ਇਸ ਮਸਲੇ ਨਾਲ ਕਾਫੀ ਕੁਝ ਜੁੜਿਆ ਹੋਇਆ। ਤੀਸਰਾ ਜਿਹੜਾ ਮਸਲਾ ਉਹ ਹੈ ਕਿ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਰਹੇ ਤੇ ਮੌਜੂਦਾ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਵੀਰ ਸਿੰਘ, ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਤਾ ਸੀ। ਹੁਣ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਉਹ ਮਾਮਲਾ ਖਤਮ ਹੋ ਗਿਆ, ਹਾਈ ਕੋਰਟ ਦੇ ਵਿੱਚੋਂ ਕੇਸ ਵਾਪਸ ਲੈ ਲਿਆ। ਆਪਾਂ ਸਭ ਤੋਂ ਪਹਿਲਾਂ ਇਸੇ ਪੰਥਕ ਮਸਲੇ ਤੇ ਗੱਲ ਕਰਦੇ ਹਾਂ, ਫਿਰ ਜੇ ਹੋਰ ਸਮਾਂ ਹੋਇਆ ਤਾਂ ਆਪਾਂ ਚਰਚਾ ਹੋਰ ਮਸਲਿਆਂ ਤੇ ਵੀ ਕਰਾਂਗੇ। ਗਿਆਨੀ ਰਘਵੀਰ ਸਿੰਘ 2 ਦਸੰਬਰ ਨੂੰ 2024 ਨੂੰ ਜਦੋਂ ਬਾਦਲ ਦਲ ਦੇ ਆਗੂਆਂ ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ, ਜਿਸ ਦੇ ਬਾਰੇ ਸਾਰੀ ਸਿੱਖ ਸੰਗਤ ਨੇ ਬੜਾ ਉਤਸ਼ਾਹ ਦਿਖਾਇਆ ਕਿ ਚਲੋ ਇੱਕ ਚੰਗੀ ਗੱਲ ਵਾਪਰੀ ਹੈ। ਉਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਭਾਵੇਂ ਚਰਚਾ ਦਾ ਕੇਂਦਰ ਰਹੇ, ਪਰ ਅਸਲ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਸੀ। ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੇ ਤੌਰ ਤੇ ਵੀ ਉਹ ਗ੍ਰੰਥੀ ਦੀ ਹੈੱਡ ਗ੍ਰੰਥੀ ਦੀ ਸੇਵਾ ਕਰਦੇ ਸੀ, ਉਹਨਾਂ ਨੂੰ ਜਦੋਂ ਫਾਰਗ ਕੀਤਾ ਗਿਆ ਤੇ ਜਿਹੜੇ ਕਿਸੇ ਮੁਲਾਜ਼ਮ ਨੂੰ ਸ਼੍ਰੋਮਣੀ ਕਮੇਟੀ ਚੋਂ ਆਪਦੇ ਤੌਰ ਤੇ ਜਦੋਂ ਕੋਈ ਰਿਟਾਇਰ ਹੁੰਦਾ ਉਹਨੂੰ ਬਹੁਤ ਸਾਰਾ ਪੈਨਸ਼ਨ ਦੇ ਰੂਪ 'ਚ ਜਾਂ ਗ੍ਰੈਚੁਟੀ ਫੰਡ ਵਗੈਰਾ ਮਿਲਦੇ, ਉਹ ਕੁਝ ਵੀ ਨਹੀਂ ਮਿਲਦਾ ਜਦੋਂ ਕੋਈ ਬੰਦਾ ਬਰਖਾਸਤ ਕੀਤਾ ਜਾਂਦਾ। ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਮੁਅੱਤਲ ਕੀਤਾ, ਨੌਕਰੀ ਤੋਂ ਬਰਖਾਸਤ ਕੀਤਾ ਗਿਆ, ਉਹਨਾਂ ਨੂੰ ਉਹ ਫੰਡ ਵਗੈਰਾ ਕੁਝ ਨਹੀਂ ਮਿਲਿਆ, ਤੇ ਜਿਹਦੀ ਉਹ ਅਕਸਰ ਗੱਲ ਵੀ ਕਰਦੇ ਆ ਵੀ ਇੰਨੇ ਲੱਖਾਂ ਦਾ ਮੇਰਾ ਨੁਕਸਾਨ ਜਿਹੜਾ ਕਰ ਦਿੱਤਾ। ਹੁਣ ਗਿਆਨੀ ਰਘਵੀਰ ਸਿੰਘ ਜਿੱਦਣ ਤੋਂ ਉਹਨੂੰ ਅਕਾਲ ਤਖਤ ਦੇ ਪੋਸਟ ਤੋਂ ਜਥੇਦਾਰ ਤੋਂ ਲਾਇਆ ਗਿਆ, ਉਸ ਮੌਕੇ 2-3 ਅੱਡ-ਅੱਡ ਤਰ੍ਹਾਂ ਦੀਆਂ ਜਿਹੜੀਆਂ ਸਥਿਤੀਆਂ ਨੇ, ਹਾਲਾਤ ਨੇ, ਉਹ ਬਣੇ। ਇੱਕ ਤਾਂ ਬਹੁਤ ਸਾਡੇ ਪੰਥ ਦੇ ਵਿੱਚ ਇਸ ਗੱਲ ਦੇ ਉੱਤੇ ਇਤਰਾਜ਼ ਰਿਹਾ ਤੇ ਹੁਣ ਵੀ ਹੈ ਕਿ ਜਿਸ ਤਰੀਕੇ ਨਾਲ ਗਿਆਨੀ ਰਘਵੀਰ ਸਿੰਘ ਨੂੰ ਤੇ ਗਿਆਨੀ ਸੁਲਤਾਨ ਸਿੰਘ ਨੂੰ ਆਪੋ ਆਪਣੇ ਜਥੇਦਾਰੀ ਦੇ ਅਹੁਦੇ ਤੋਂ ਲਾਹਿਆ ਗਿਆ, ਉਹ ਤਰੀਕਾ ਬੜਾ ਤਿਰਸਕਾਰ ਭਰਿਆ। ਦੂਜਾ ਇਹ ਗੱਲ ਵੀ ਸਾਹਮਣੇ ਆਈ ਕਿ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੇ ਕੀਤਾ ਕਤਰਿਆ ਤਾਂ ਕੁਛ ਨਹੀਂ। ਮਤਲਬ ਜੇਕਰ ਬਾਦਲ ਦਲਿਓ ਤੁਹਾਨੂੰ ਕੋਈ ਇਤਰਾਜ਼ ਵੀ ਹੈ, ਜਿਹੜੇ ਸਿੱਖ ਇਸ ਮਸਲੇ ਉੱਤੇ ਆਪਦੀ ਰਾਏ ਦਿੰਦੇ ਸੀ, ਉਹਨਾਂ ਦਾ ਭਾਵ ਇਹ ਸੀ ਕਿ ਮੰਨ ਲਈ ਗੱਲ ਕਿ ਤੁਹਾਨੂੰ ਗਿਆਨੀ ਹਰਪ੍ਰੀਤ ਸਿੰਘ ਤੇ ਕੋਈ ਇਤਰਾਜ਼ ਹੋਵੇ
ਪਰ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਤਾਂ ਬਾਹਲੇ ਬੀਬੇ ਬੰਦੇ ਆ, ਇਹਨਾਂ ਨੂੰ ਕਾਹਨੂੰ ਐਵੇਂ ਟੱਗੀ ਜਾਂਦੇ। ਸੋ ਇਹ ਵੀ ਇੱਕ ਪੱਖ ਸੀ ਸੰਗਤ ਦਾ। ਤੀਜਾ ਪੱਖ ਜਿਹੜਾ ਸਭ ਤੋਂ ਅੱਜ ਦੇ ਇਸ ਘਟਨਾਕ੍ਰਮ ਨਾਲ ਸੰਬੰਧਿਤ ਆਪਾਂ ਸਮਝ ਸਕਦੇ ਹਾਂ, ਉਹ ਗਿਆਨੀ ਰਘਵੀਰ ਸਿੰਘ ਦਾ ਨਿੱਜੀ ਸੀ। ਗਿਆਨੀ ਰਘਵੀਰ ਸਿੰਘ ਨੇ ਉਦੋਂ ਇਹ ਕਹਿ ਕੇ ਸਾਰੀ ਗੱਲ ਤੋਂ ਪੱਲਾ ਝਾੜ ਲਿਆ ਸੀਗਾ ਕਿ ਠੀਕ ਆ ਜੀ, ਜੋ ਸੇਵਾ ਮੇਰੇ ਤੋਂ ਸਤਿਗੁਰੂ ਨੇ ਲੈਣੀ ਸੀ ਲੈ ਲਈ, ਤੇ ਆਪਾਂ ਹੁਣ ਦਰਬਾਰ ਸਾਹਿਬ ਦੇ ਵਿੱਚ ਹੈਡ ਗ੍ਰੰਥੀ ਦੀ ਸੇਵਾ ਆਪਾਂ ਨਿਭਾਈ ਚੱਲਾਂਗੇ, ਬਸ ਸਤਿਵਚਨ। ਇਸ ਗੱਲ ਨੂੰ ਮੁੱਖ ਰੱਖ ਕੇ ਬਹੁਤ ਸਾਰੇ ਲੋਕਾਂ ਨੂੰ ਬੜਾ ਮਾੜਾ ਲੱਗਿਆ ਜਦੋਂ ਇਹ ਖਬਰ ਪੜ੍ਹੀ ਕਿ ਗਿਆਨੀ ਰਘਵੀਰ ਸਿੰਘ ਨੂੰ ਹਾਈ ਕੋਰਟ ਜਾਣਾ ਪੈ ਗਿਆ, ਕਿਉਂਕਿ ਹਰੇਕ ਸਿੱਖ ਨੂੰ ਲੱਗਿਆ ਕਿ ਇੰਨਾ ਪਤਾ ਨਹੀਂ ਕਿੰਨਾ ਕੁ ਦੁਖੀ ਕੀਤਾ ਹੋਣਾ ਬਾਦਲਕਿਆਂ ਨੇ, ਧਾਮੀ ਸਾਹਿਬ ਸ਼੍ਰੋਮਣੀ ਕਮੇਟੀ ਦੇ ਸਿਸਟਮ ਨੇ, ਜਿੱਤੋਂ ਅੱਕ ਕੇ ਦੁਖੀ ਹੋ ਕੇ, ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਤੇ ਬੈਠਾ ਜਾਂ ਸਾਬਕਾ ਕੋਈ ਜਥੇਦਾਰ ਕਦੇ ਵੀ ਦੁਨਿਆਵੀ ਅਦਾਲਤ ਵਿੱਚ ਨਹੀਂ ਜਾਂਦਾ। ਇੱਕ ਵਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਜਦੋਂ ਜਥੇਦਾਰ ਸੀ, ਉਦੋਂ ਕੋਈ ਮੁਕੱਦਮਾ ਬਣ ਗਿਆ ਤਾਂ ਉਹਨਾਂ ਨੇ ਸੰਮਣ ਲੈਣ ਤੋਂ ਇਨਕਾਰ ਕਰਤਾ ਸੀ ਕਿ ਮੈਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਹਾਂ, ਮੈਂ ਦੁਨਿਆਵੀ ਅਦਾਲਤ ਵਿੱਚ ਨਹੀਂ ਪੇਸ਼ ਹੋਊਂ। ਇਸ ਗੱਲ ਦੇ ਉੱਤੇ ਲੰਮੇ ਚਿਰ ਤੋਂ ਆਪਣੀ ਕੌਮ 'ਚ ਇੱਕ ਰਵਾਇਤ ਹੀ ਬਣ ਚੁੱਕੀ ਹੈ। ਤੇ ਐਤਕੀ ਜਦੋਂ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਆਪ ਅਦਾਲਤ ਦਾ ਓਟ ਆਸਰਾ ਲੈਂਦੇ ਫਿਰਨ ਇਨਸਾਫ ਲੈਣ ਲਈ, ਤਾਂ ਇੱਕ ਤਾਂ ਚਲੋ ਰੋਸ, ਇਤਰਾਜ਼, ਗੁੱਸਾ ਆਉਣਾ ਹੀ ਸੀਗਾ, ਸੰਗਤ ਨੂੰ ਆਇਆ, ਪਰ ਇਹ ਵੀ ਗੱਲ ਨਾਲ ਹੀ ਚੱਲ ਪਈ ਵੀ ਆਖਰ ਹੋਇਆ ਕੀ ਆ, ਕਿ ਭਾਣਾ ਕੀ ਵਾਪਰ ਗਿਆ, ਕਿਉਂ ਜਥੇਦਾਰ ਰਘਵੀਰ ਸਿੰਘ ਨੂੰ ਅਦਾਲਤ ਵਿੱਚ ਜਾਣਾ ਪੈ ਗਿਆ, ਕੀ ਕਾਰਨ ਬਣੇ। ਉਹ ਕਾਰਨ ਜਿਹੜੇ ਆ ਉਹ ਵੀ ਕੱਲ ਜਦੋਂ ਮੀਡੀਆ ਵਿੱਚ ਇਹ ਖਬਰ ਆਈ, ਉਦੋਂ ਨਾਲ ਦੀ ਨਾਲ ਸਾਹਮਣੇ ਆਏ ਕਿ ਪਿਛਲੇ ਦਿਨੀ ਸ਼ਾਇਦ 12 ਜਿਹੜੀ ਲੰਘ ਕੇ ਗਈ ਆ ਜੂਨ, ਉਦੋਂ ਕੋਈ ਮੀਟਿੰਗ ਸੀਗੀ ਐਗਜੈਕਟਿਵ ਦੀ ਸ਼੍ਰੋਮਣੀ ਕਮੇਟੀ ਦੀ। ਉਦਣ ਗਿਆਨੀ ਰਘਵੀਰ ਸਿੰਘ ਨੂੰ 5-4 ਦਿਨ ਪਹਿਲੋਂ ਪੱਕਾ ਯਕੀਨ ਹੀ ਕਰਾਤਾ ਸੀਗਾ ਕਿਸੇ ਨੇ ਕਿ ਤੁਹਾਨੂੰ ਨੌਕਰੀ ਤੋਂ ਕੱਢ ਦੇਣਾ। ਹੁਣ ਇਸ ਗੱਲ ਦੇ ਲਈ ਉਹਨਾਂ ਨੇ ਫਿਰ ਜੋ ਉਹਨਾਂ ਨੂੰ ਸੁਝਿਆ ਉਸ ਹਿਸਾਬ ਨਾਲ, ਪਤਾ ਨਹੀਂ ਕੀ ਨੇ ਰਾਏ ਦਿੱਤੀ ਜਾਂ ਕੀ ਹੋਇਆ, ਉਹਨਾਂ ਨੇ ਹਾਈ ਕੋਰਟ ਦੇ ਵਿੱਚ ਆਪਦੇ ਵੀ ਪਹਿਲਾਂ ਮੈਂ ਜਥੇਦਾਰ ਸੀਗਾ ਜੀ, ਮੈਨੂੰ ਉੱਥੋਂ ਲਾਤਾ ਤੇ ਹੁਣ ਮੈਨੂੰ ਨੌਕਰੀ ਤੋਂ ਡਿਸਮਿਸ ਕਰਨ ਨੂੰ ਫਿਰਦੇ ਆ, ਮੈਂ ਆਸਟ੍ਰੇਲੀਆ ਜਾਣਾ ਸੀ, ਬਾਹਰਲੇ ਮੁਲਕ, ਤੇ ਮੇਰੀ ਬਿਜ਼ਨਸ ਕਲਾਸ ਦੀ ਇੰਨੇ ਮਹਿੰਗੀ ਟਿਕਟ ਲਈ ਸੀ, ਮੈਨੂੰ ਇਹਨਾਂ ਨੇ ਬਾਹਰ ਜਾਣ ਦੀ ਇਜਾਜ਼ਤ ਵੀ ਨਹੀਂ ਦਿੱਤੀ। ਕਈ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਪਦੀ ਪਟੀਸ਼ਨ 'ਚ ਲਿਖੀ। ਇਹ ਦੱਸਿਆ ਜਾਂਦਾ ਵੀ 8-9 ਤਰੀਕ ਤੱਕ ਇਸ ਮੁਕੱਦਮੇ ਦੇ ਵਿੱਚ ਪੇਸ਼ ਹੋਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੰਮਣ ਮਿਲ ਗਏ ਸੀ, ਤੇ ਹੋਰ ਜਿਹੜੇ 2 ਜਣੇ ਹੋਰ ਨੇ ਇਸ ਮਾਮਲੇ ਵਿੱਚ ਜਿਨ੍ਹਾਂ ਨੂੰ ਸੰਮਣ ਗਏ। ਪਰ ਹੈਰਾਨੀ ਦੀ ਗੱਲ ਆ, ਧਾਮੀ ਸਾਹਿਬ ਨੇ ਬੁੱਲ ਤੋਂ ਬੁੱਲ ਨਹੀਂ ਚੱਕੇ। ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਤੁਰੰਤ ਇਹ ਖਬਰ ਆਉਣੀ ਸੀ ਚਰਚਾ 'ਚ ਕਿ ਜਿਉਂ ਹੀ ਸੰਮਣ ਮਿਲੇ ਤਾਂ ਗਿਆਨੀ ਰਘਵੀਰ ਸਿੰਘ ਦੇ ਕੋਲ ਜਾਂ ਆਪ ਪਹੁੰਚੇ ਧਾਮੀ ਸਾਹਿਬ ਜਾਂ ਕੋਈ ਬੰਦਾ ਭੇਜਿਆ ਤੇ ਕਿਹਾ ਵੀ ਇਹ ਕੰਮ ਕਾਹਨੂੰ ਕਰਦੇ ਹੋ, ਆਪਾਂ ਪੰਥ ਦਾ ਇਹਦੇ 'ਚ ਪਹਿਲੋਂ ਹੀ ਬੜਾ ਆਪਣਾ ਤਾਂ ਗਲਤ ਬਣਿਆ ਹੋਇਆ ਮਾਹੌਲ, ਤੇ ਤੁਸੀਂ ਇਹ ਵਾਪਸ ਲਓ ਤੇ ਅਸੀਂ ਤੁਹਾਡਾ ਸਤਿਕਾਰ ਬਹਾਲ ਰੱਖਾਂਗੇ, ਕੋਈ ਇਹੋ ਜਿਹੀ ਗੱਲ ਨਹੀਂ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਪਰ ਇਹੋ ਜਿਹਾ ਕੁਛ ਪੜਦੇ ਪਿੱਛੇ ਤਾਂ ਕੀ ਉਹ ਸਾਹਮਣੇ ਵੀ ਇਸ ਟਾਈਮ ਵੀ ਦਿਖ ਨਹੀਂ ਰਹੇ, ਕਿਉਂਕਿ ਅੱਜ ਸਾਡੇ ਫੈਡਰੇਸ਼ਨ ਦੇ ਸਾਬਕਾ ਆਗੂ ਰਹੇ ਆ, ਹੁਣ ਵੀ ਐਕਟਿਵ ਨੇ, ਸਰਦਾਰ ਸਰਬਜੀਤ ਸਿੰਘ ਸੋਹਲ, ਤੇ ਇੱਕ ਪੰਥਕ ਸਭਾ ਦੇ ਵਿੱਚ ਵਿਚਰਦੇ ਵਿਦਵਾਨ ਨੇ ਡਾਕਟਰ ਅਮਰਜੀਤ ਸਿੰਘ, ਜਿਹੜੇ ਅਕਸਰ ਸ਼੍ਰੋਮਣੀ ਕਮੇਟੀ ਵੱਲੋਂ ਜਦੋਂ ਵੀ ਕਿਤੇ ਕੋਈ ਕਮੇਟੀ ਵਗੈਰਾ ਬਣਾਈ ਜਾਂਦੀ ਆ ਕਿਸੇ ਕੌਮੀ ਮਸਲੇ ਤੇ, ਉਹ ਮੈਂਬਰ ਬਣਾਇਆ ਜਾਂਦਾ ਉਹਨਾਂ। ਇਹ ਅੱਜ ਗਿਆਨੀ ਰਘਵੀਰ ਸਿੰਘ ਨੂੰ ਮਿਲੇ, ਕਿਉਂਕਿ ਕੱਲ ਜਦੋਂ ਇਹ ਖਬਰ ਦਿਨੇ ਆਈ ਤੇ ਇਸ ਗੱਲ ਤੇ ਬੜਾ ਲੋਕਾਂ ਦੇ ਵਿੱਚ ਇੱਕ ਅਜੀਬ ਜਿਹਾ ਗੁੱਸਾ ਵਧਿਆ, ਤੇ ਅੱਜ ਸਵੇਰੋਂ ਇਹ 2 ਸਿੰਘ ਗਿਆਨੀ ਰਘਵੀਰ ਸਿੰਘ ਨੂੰ ਮਿਲੇ ਕਿ ਤੁਸੀਂ ਵਾਪਸ ਲਓ ਸਾਰੀ ਗੱਲ। ਉਹਨਾਂ ਨੇ ਉੱਥੇ ਇਹ ਵੀ ਪਤਾ ਲੈਣ ਦੀ ਕੋਸ਼ਿਸ਼ ਕੀਤੀ ਕਿ ਇੰਨੇ ਦਿਨ ਹੋ ਗਏ, ਅਕਸਰ ਅੱਜ 30 ਜੂਨ ਹੋ ਗਈ ਹੈ, ਤੇ ਤੁਸੀਂ 1 ਜੁਲਾਈ ਨੂੰ ਸ਼ਾਇਦ ਇਹਦੀ ਇਸ ਕੇਸ ਦੀ ਸੁਣਵਾਈ ਹੈ, ਤੇ ਕੋਈ ਤੁਹਾਡੇ ਕੋਲੇ ਪਹੁੰਚਿਆ ਸ਼੍ਰੋਮਣੀ ਕਮੇਟੀ ਵੱਲੋਂ? ਉਹ ਕਹਿੰਦੇ ਜੀ ਕੋਈ ਨਹੀਂ ਆਇਆ ਗਿਆ। ਇਹੋ ਜਿਹੀਆਂ ਗੱਲਾਂ, ਇਹ ਵੀ ਮਾੜੀ ਹੋਈ ਗੱਲ ਆ। ਜੇਕਰ ਅੱਜ ਗਿਆਨੀ ਰਘਵੀਰ ਸਿੰਘ ਸੰਗਤ ਦੇ ਕਹਿਣ ਤੇ ਇਹ ਪਟੀਸ਼ਨ ਵਾਪਸ ਲੈ ਸਕਦੇ ਆ, ਧਾਮੀ ਸਾਹਿਬ ਦੇ ਅੰਦਰ ਖਾਤੇ ਕਹਿਣ ਤੇ ਵੀ ਲੈ ਹੀ ਲੈਣੀ ਸੀ। ਤੇ ਸ਼੍ਰੋਮਣੀ ਕਮੇਟੀ ਦਾ ਸਕੱਤਰ ਜਿਹੜਾ ਕੁਲਵੰਤ ਸਿੰਘ ਮੰਨਣ ਹੈਗਾ, ਉਹ ਵੀ ਕਹਿ ਸਕਦਾ ਸੀ,
ਪਰ ਸਾਰਿਆਂ ਨੇ ਜਿਵੇਂ ਇੱਕ ਹੀ ਕਰ ਲਿਆ ਵੀ ਤੂੰ ਰਘਵੀਰ ਸਿੰਘ ਜੋ ਚਾਅ ਲਾਉਣਾ ਆਪਦਾ ਲਾ ਲਾ। ਹੁਣ ਇੱਕ ਪਾਸੇ ਤਾਂ ਆਪਾਂ ਨੂੰ ਸਾਰਿਆਂ ਨੂੰ ਜਾਇਜ਼ ਇਤਰਾਜ਼ ਹੈ ਕਿ ਗਿਆਨੀ ਰਘਵੀਰ ਸਿੰਘ ਨੇ ਇਹ ਕਿਉਂ ਕੀਤਾ, ਪਰ ਦੂਜਾ ਪੱਖ ਇਹ ਆ ਕਿ ਬਾਦਲਕਿਆਂ ਦੇ ਵੱਲੋਂ ਜੋ ਕੀਤਾ ਜਾ ਰਿਹਾ ਉਹਦੇ ਸਾਹਮਣੇ ਆਪਣੇ ਕੋਲੇ ਕੌਮ ਕੋਲੇ ਰਾਹ ਵੀ ਕਿਹੜਾ। ਜਿੱਦਣ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਸਾਰਾ ਕੁਝ ਮਤਲਬ ਡਿਸਮਿਸ ਕੀਤਾ ਤੇ ਉਹਨਾਂ ਦੀ ਜਿਹੜੀ ਨੌਕਰੀ ਤੋਂ ਬਾਅਦ ਚ ਫੰਡ ਵਗੈਰਾ ਗ੍ਰੈਚੁਇਟੀ ਵਗੈਰਾ ਮਿਲਣੀ, ਪੈਨਸ਼ਨ ਲੱਗਣੀ, ਉਹ ਸਾਰਾ ਕੁਝ ਜਿੱਦਣ ਖਤਮ ਕੀਤਾ ਉਦਣ ਆਪਾਂ ਕੀ ਕਰ ਲਿਆ ਸੀ। ਜੇਕਰ ਵਾਕਿਆ ਹੀ 12 ਜੂਨ ਨੂੰ ਮੀਟਿੰਗ ਹੁੰਦੀ ਤੇ ਧਾਮੀ ਸਾਹਿਬ ਹੁਣੀ ਸੁਖਬੀਰ ਹੋਣਾ ਦੇ ਸੁਨੇਹੇ ਅਨੁਸਾਰ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਚੋਂ ਬਰਖਾਸਤ ਕਰ ਦਿੰਦੇ, ਫੇਰ ਵੀ ਪੰਥ ਕੀ ਕਰ ਲੈਂਦਾ। ਤੋਂ ਕਹਿਣ ਤੋਂ ਭਾਵ ਇਹ ਵੀ ਪੰਥ ਬੜਾ ਲਾਚਾਰ ਤੇ ਬੇਵਸ ਜਿਹਾ ਬਣਿਆ ਪਿਆ। ਇੱਕ ਵੇਲਾ ਸੀ ਜਦੋਂ ਜਥੇਦਾਰ ਟੌਹੜਾ ਸਾਹਿਬ, ਕਿੰਨੇ ਵੀ ਉਹਨਾਂ ਚ ਆਪਾਂ ਨੁਕਸ ਵਗੈਰਾ ਕੱਢ ਲਈਏ, ਉਹ ਪੰਥ ਦਾ ਪੰਥਕ ਜਜ਼ਬਾਤ ਦਾ ਭੈ ਰੱਖਦੇ ਸੀ ਤੇ ਉਹਦੇ ਨਾਲ ਹਰ ਇੱਕ ਛੋਟੇ ਵੱਡੇ ਆਗੂ ਚ ਵੀ ਇਹ ਜਾਂਦੀ ਸੀ ਗੱਲ ਕਿ ਕੌਮ ਬੜੀ ਵੱਡੀ ਆ, ਪੰਥ ਦਾ ਖਿਆਲ ਰੱਖਿਆ ਜਾਵੇ। ਅੱਜ ਦੀ ਤਰੀਕ ਵਿੱਚ ਜੇ ਦੇਖਿਆ ਜਾਵੇ ਤਾਂ ਗਿਆਨੀ ਰਘਵੀਰ ਸਿੰਘ ਨੇ ਤਾਂ ਪੰਥ ਦਾ ਰੱਖਿਆ ਵੀ ਪੰਥ ਜੇ ਨਾਰਾਜ਼ ਆ ਤੇ ਮੈਂ ਵਾਪਸ ਲੈ ਲੈਂਦਾ, ਪਰ ਬਾਦਲਕਿਆਂ ਨੇ, ਸ਼੍ਰੋਮਣੀ ਕਮੇਟੀ ਨੇ, ਧਾਮੀ ਸਾਹਿਬ ਨੇ ਕੋਈ ਪ੍ਰਵਾਹ ਪ੍ਰਭੂ ਨਹੀਂ ਕੀਤੀ ਹੈਗੀ। ਉਹ ਕਹਿੰਦੇ ਐਵੇਂ ਜੋ ਮਰਜ਼ੀ ਹੁੰਦਾ। ਬਹੁਤ ਸਾਰੇ ਲੋਕਾਂ ਨੇ ਤਾਂ ਗੁੱਸੇ ਵਿੱਚ ਅਵਾ ਤਵਾ ਵੀ ਬੋਲਿਆ ਗਿਆਨੀ ਰਘਵੀਰ ਸਿੰਘ ਨੂੰ, ਪਰ ਉਹ ਜਿਹੜਾ ਗੁੱਸਾ ਆਪਾਂ ਗਿਆਨੀ ਰਘਵੀਰ ਸਿੰਘ ਤੇ ਕੱਢਦੇ ਆ, ਠੀਕ ਆ, ਕੱਢੋ, ਹੋਰ ਵੀ ਕੱਢ ਲਓ, ਪਰ ਉਹ ਗੁੱਸਾ ਆਪਣਾ ਬਾਦਲਕਿਆਂ ਵਾਰੀ ਕਿੱਥੇ ਚਲੇ ਜਾਂਦਾ ਜਿਹੜੇ ਇਹੋ ਜਿਹਾ ਹਾਲਾਤ ਬਣਾਉਂਦੇ। ਇਦੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਮੁਲਾਜ਼ਮ ਆ ਸ਼੍ਰੋਮਣੀ ਕਮੇਟੀ ਦੇ ਜਿਹੜੇ ਆਪੋ ਆਪਣੇ ਮਸਲਿਆਂ ਲਈ ਅਦਾਲਤਾਂ ਦਾ ਸਹਾਰਾ ਲੈਂਦੇ। ਮੈਂ ਅੰਮ੍ਰਿਤਸਰ ਰਹਿਣਾ, ਸ਼੍ਰੋਮਣੀ ਕਮੇਟੀ ਦੇ ਸਿਸਟਮ ਨਾਲ ਵਾਹ ਵਾਸਤਾ ਪੈਂਦਾ, ਸਾਡੇ ਕਈ ਵਾਕਫ ਸਾਨੂੰ ਇਸ ਤਰ੍ਹਾਂ ਗੱਲਾਂ ਪਤਾ ਲੱਗਦੀਆਂ ਰਹਿੰਦੀਆਂ। ਇੱਕ ਆਪਣੇ ਸ਼੍ਰੋਮਣੀ ਕਮੇਟੀ ਦਾ ਸਕੱਤਰ ਰਿਟਾਇਰ ਹੋਇਆ ਸਰਦਾਰ ਦਲਮੇਗ ਸਿੰਘ, ਉਹ ਟੌਹੜਾ ਸਾਹਿਬ ਦਾ ਪੱਖੀ ਸੀਗਾ। 1999 ਚ ਜਦੋਂ ਬਾਦਲ ਟੌਹੜਾ ਦਾ ਟਕਰਾਅ ਹੋਇਆ ਉਦੋਂ ਕਈ ਅਫਸਰਾਂ ਦੀ ਬਲੀ ਵੀ ਲਈ ਸੀ ਜਿਹੜੇ ਟੌਹੜਾ ਪੱਖੀ ਸਮਝੇ ਜਾਂਦੇ ਸੀ ਇਹ ਬਾਦਲਕਿਆਂ ਵੱਲੋਂ। ਇਹ ਰਘਵੀਰ ਆਪਣੇ ਦਲਮੇਗ ਸਿੰਘ ਨੂੰ ਵੀ ਉਦੋਂ ਇਹਨਾਂ ਨੇ ਕੁਝ, ਤੇ ਉਦੋਂ ਫਿਰ ਉਹ ਦਲਮੇਗ ਸਿੰਘ ਵੀ ਅਦਾਲਤ ਵਿੱਚ ਚਲਾ ਗਿਆ ਸੀ। ਤੇ ਐਵੇਂ ਹੀ ਇੱਕ ਹੈਗਾ ਬੇਦੀ ਕਰਕੇ, ਬੇਦੀ ਅਧਿਕਾਰੀ ਸ਼੍ਰੋਮਣੀ ਕਮੇਟੀ ਦਾ ਰਿਟਾਇਰ ਹੋਇਆ, ਤੇ ਦਲਜੀਤ ਸਿੰਘ ਬੇਦੀ। ਦਲਜੀਤ ਸਿੰਘ ਬੇਦੀ ਦਾ ਵੀ ਇੱਕ ਮਸਲਾ ਬੜਾ ਗਲਤ ਜਿਹਾ ਸੀਗਾ, ਪਰ ਉਹ ਬਾਅਦ ਚ ਅਦਾਲਤ ਵਿੱਚ ਚਲਾ ਗਿਆ ਤੇ ਅਦਾਲਤਾਂ ਫਿਰ ਰਾਹਤ ਦੇ ਦਿੰਦੀਆਂ ਨੇ ਕਿ ਇਹ ਬੰਦੇ ਨੂੰ। ਤੋਂ ਇਸ ਗੱਲ ਦੇ ਵਿੱਚ ਤਾਂ ਚਲੋ ਜਦੋਂ ਆਮ ਮੁਲਾਜ਼ਮ ਕੋਈ ਜਾਂਦਾ ਅਦਾਲਤ ਵਿੱਚ ਤਾਂ ਘੱਟ ਇਤਰਾਜ਼ ਵਾਲੀ ਗੱਲ ਹੁੰਦੀ ਹੈ, ਪਰ ਜਦੋਂ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਗ੍ਰੰਥੀ ਜਾਂ ਤਖਤਾਂ ਦੇ ਜਥੇਦਾਰ ਸਾਬਕਾ ਹੀ ਚਾਹੇ ਹੋਣ, ਜਦੋਂ ਉਹ ਅਦਾਲਤਾਂ ਵਿੱਚ ਜਾਣ ਲੱਗ ਪੈਣ, ਇਹ ਕੋਈ ਚੰਗੀ ਗੱਲ ਤਾਂ ਹੈ ਨਹੀਂ। ਪਰ ਆਪਾਂ ਇਹ ਸੋਚੋ ਕਿ ਜਦੋਂ ਉਸ ਸ਼ਖਸ ਕੋਲੇ ਕੋਈ ਰਾਹ ਹੀ ਨਾ ਛੱਡਿਆ ਜਾਵੇ, ਜਲੀਲ ਹੀ ਇੰਨਾ ਕੀਤਾ ਜਾਵੇ ਕਿ ਉਹ ਬੰਦਾ ਕਵੇ ਕਿ ਮੈਂ ਕਰਾਂ ਕੀ। ਚਲੋ ਆਪਾਂ ਨੂੰ ਪੰਥ ਨੂੰ, ਸੰਗਤ ਨੂੰ ਨਹੀਂ ਸੀ ਪਤਾ ਜਦੋਂ ਤੱਕ ਗੱਲ ਹੋਰ ਆ, ਪਰ ਹੁਣ ਆਪਾਂ ਨੂੰ ਪਤਾ ਲੱਗ ਗਿਆ, ਹੁਣ ਸਾਰਿਆਂ ਨੂੰ ਪਤਾ। ਤੇ ਅੱਜ ਤੁਸੀਂ ਜਿੰਨੇ ਸੋਸ਼ਲ ਮੀਡੀਆ ਤੇ ਬਾਦਲ ਦਲ ਵਾਲਿਆਂ ਦੇ, ਇੱਥੋਂ ਤੱਕ ਕਿ ਦਿੱਲੀ ਵਾਲੇ ਸਰਨੇ ਹੁਣਾਂ ਦੇ ਤੁਸੀਂ ਪੜ੍ਹ ਲਓ ਬਿਆਨ, ਉਹ ਇਹ ਨਹੀਂ ਕਹਿ ਰਹੇ ਕਿ ਸਾਡੇ ਸਿਸਟਮ ਦਾ ਨੁਕਸ ਵਾ, ਕਿਉਂ ਇਸ ਤਰ੍ਹਾਂ ਵਾਪਰਿਆ, ਬੜਾ ਮਾੜਾ ਹੋਇਆ। ਹਾਂ, ਉਹਨਾਂ ਦਾ ਪੂਰਾ ਜ਼ੋਰ ਗਿਆਨੀ ਰਘਵੀਰ ਸਿੰਘ ਨੂੰ ਲੋਕਾਂ ਵਿੱਚ ਮਾੜਾ ਬਣਾਉਣ ਤੇ ਲੱਗਿਆ ਹੋਇਆ ਕਿ ਇਹ ਤਾਂ ਬੜਾ ਭੈੜਾ ਬੰਦਾ, ਬੜਾ ਮਾੜਾ ਬੰਦਾ। ਅਸੀਂ ਗਿਆਨੀ ਰਘਵੀਰ ਸਿੰਘ ਦੇ ਕੋਈ ਹਮਾਇਤੀ ਨਹੀਂ, ਅਸੀਂ ਤਾਂ ਤਖਤ ਦੀ ਮਰਿਆਦਾ ਦਾ ਸਾਨੂੰ ਫਿਕਰ ਹੈ ਕਿ ਤਖਤ ਦਾ ਵਕਾਰ ਨਹੀਂ ਰੋਲਣਾ ਚਾਹੀਦਾ। ਚਾਹੇ ਉਹਦੇ ਲਈ ਦੋਸ਼ੀ ਗਿਆਨੀ ਰਘਵੀਰ ਸਿੰਘ ਆ, ਤੇ ਚਾਹੇ ਉਹਦੇ ਲਈ ਬਾਦਲਕੇ ਨੇ, ਤੇ ਚਾਹੇ ਉਹਦੇ ਲਈ ਧਾਮੀ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਦਾ ਕੋਈ ਹੋਰ ਅਧਿਕਾਰੀ। ਇਹਦੀ ਮੁਕੰਮਲ ਪੜਤਾਲ ਕਰਕੇ ਕਿ ਆਖਰ ਕਿਉਂ ਇਹ ਭਾਣਾ ਵਾਪਰਿਆ, ਇਹ ਗੱਲ ਪੂਰਨ ਤੌਰ ਤੇ ਸਾਹਮਣੇ ਵੀ ਆਉਣੀ ਚਾਹੀਦੀ ਆ। ਔਰ ਅੱਗੇ ਵਾਸਤੇ ਚਲੋ ਜਿਹੜਾ ਵਾਪਰ ਗਿਆ ਉਹ ਤਾਂ ਇੱਕ ਚੀਜ਼ ਹੋਈ, ਪਰ ਜਿਹੜਾ ਵਾਪਰਨਾ ਹੁੰਦਾ ਉਹ ਜ਼ਰੂਰ ਸਾਨੂੰ ਖਿਆਲ ਰੱਖਣਾ ਚਾਹੀਦਾ ਤੇ ਇਹਦਾ ਪੱਕਾ ਹੱਲ ਜਿਹੜਾ ਹੈਗਾ ਉਹ ਹੋਣਾ ਚਾਹੀਦਾ। ਸੋ ਇਸ ਮਸਲੇ ਤੇ ਆਪਾਂ ਹੁਣ ਛੱਡ ਕੇ ਅਗਲਾ ਆਉਂਦਾ, ਅਕਾਲੀ ਦਲ ਬਾਦਲ ਨੇ ਅੱਜ ਆਪਣਾ ਪਹਿਲੀ ਕੋਰ ਕਮੇਟੀ ਦੀ ਮੀਟਿੰਗ ਆ ਜਿਹੜੀ ਉਹ ਚੰਡੀਗੜ੍ਹ ਚ ਕੀਤੀ ਆ, ਤੇ ਉੱਥੇ ਉਹਨਾਂ ਨੇ ਬਹੁਤਾ ਜ਼ੋਰ ਇਸੇ ਗੱਲ ਤੇ ਰੱਖਿਆ ਵਾ ਵੀ ਜਿਹੜੀ ਆ ਬਿਕਰਮ ਸਿੰਘ ਮਜੀਠੀਏ ਦੀ ਗ੍ਰਿਫਤਾਰੀ ਆ, ਅਸਲ ਵਿੱਚ ਇਹ ਸਾਰਾ ਤਾਂ ਕਹਿੰਦੇ ਵੀ ਜਿਹੜਾ ਬਾਦਲ ਦਲ ਵੱਲੋਂ
ਇਹਦਾ ਪੰਜਾਬ ਦੀ ਭਗਵੰਤ ਮਾਨ ਵਾਲੀ ਸਰਕਾਰ ਦੇ ਗਲਤ ਨੀਤੀਆਂ ਦਾ, ਲੈਂਡ ਪੂਲਿੰਗ, ਕਿਉਂਕਿ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਇੱਕ ਤਾਂ ਜ਼ਮੀਨਾਂ ਦੇ ਉੱਤੋਂ ਦੀ ਲੋਕਾਂ ਦੀ ਜ਼ਮੀਨਾਂ ਐਕਵਾਇਰ ਕਰਕੇ ਉੱਥੇ ਸੜਕਾਂ ਦਾ ਜਾਲ ਬੜਾ ਵਿਛਾਇਆ ਜਾ ਰਿਹਾ, ਕਹਿੰਦੇ ਤਰੱਕੀ ਹੈ ਜੀ ਇਹ। ਦੂਸਰੀ ਜਿਹੜੀ ਗੱਲ ਹੈ ਉਹ ਹੈਗਾ ਵੀ ਅਸੀਂ ਕਲੋਨੀਆਂ ਬਣਾਉਣੀਆਂ ਨੇ ਜੀ, ਨਵੇਂ ਹਾਊਸਿੰਗ ਬੋਰਡ ਬਣਨੇ ਆ, ਜੇ ਤੇ ਉਹ ਕੁਝ ਮੋਹਾਲੀ, ਜਲੰਧਰ, ਲੁਧਿਆਣਾ, ਪਿੰਡਾਂ ਦੇ ਪਿੰਡ, ਮਤਲਬ ਉੱਥੇ ਕਹਿੰਦੇ ਅਸੀਂ ਜ਼ਮੀਨ ਲੈ ਲਈ। ਤੋ ਇਹਨਾਂ ਸਾਰਿਆਂ ਦੇ ਉੱਤੇ ਕਿਸਾਨ ਸੰਘਰਸ਼ ਵੀ ਚੱਲ ਰਿਹਾ, ਆਮ ਲੋਕ ਵੀ ਲੜਨਾ ਚਾਹੁੰਦੇ ਆ, ਅਕਾਲੀ ਲੀਡਰਸ਼ਿਪ ਵੀ ਇਹਦੇ ਉੱਤੇ ਬਿਆਨਬਾਜ਼ੀ ਕਰੇਗੀ। ਤੋ ਉਹ ਕਿਹਾ ਜਾ ਰਿਹਾ ਕਿ ਜੀ ਇਹ ਤਾਂ ਜਿਹੜਾ ਹੋ ਹੱਲਾ ਇਸ ਬਹਾਨੇ ਮਚਾਇਆ ਜਾ ਰਿਹਾ ਕਿ ਦੇਖੋ ਮਜੀਠੀਆ ਫੜ ਲਿਆ, ਤਾਂ ਉਹ ਇਸ ਮਸਲੇ 'ਚ। ਪਰ ਜਿਹੜਾ ਭਗਵੰਤ ਮਾਨ ਦੀ ਸਰਕਾਰ ਆ, ਉਹਨਾਂ ਦਾ ਦਾਅਵਾ ਇਹ ਆ ਕਿ ਪਹਿਲਾਂ ਤਾਂ ਲੋਕ ਕਹਿੰਦੇ ਸੀਗੇ ਜੀ ਤੁਸੀਂ ਛੋਟੇ ਮੋਟੇ ਨਸ਼ੇ ਦੇ ਸੌਦਾਗਰਾਂ ਨੂੰ ਫੜੀ ਜਾਂਦੇ ਹੋ, ਵੱਡੇ ਮਗਰਮੱਛ ਨੂੰ ਹੱਥ ਨਹੀਂ ਪਾਉਂਦੇ, ਤੇ ਹੁਣ ਜਦੋਂ ਪਾ ਲਿਆ ਤੇ ਹੁਣ ਸਾਰੀਆਂ ਸਿਆਸੀ ਪਾਰਟੀਆਂ ਉਹਦੀ ਹਮਾਇਤ ਵਿੱਚ ਬੋਲ ਰਹੀਆਂ ਨੇ। ਇਸ ਮੌਕੇ ਸਾਰੀਆਂ ਹੀ ਸਿਆਸੀ ਧਿਰਾਂ ਦੇ ਆਗੂ ਜਿਹੜੇ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਏ ਨਾਲ ਜੋ ਹੋ ਰਿਹਾ ਉਹਦਾ ਵਿਰੋਧ ਕਰ ਚੁੱਕੇ ਨੇ, ਪਰ ਹਰੇਕ ਦੇ ਕਾਰਨ ਵੱਖੋ ਵੱਖਰੇ ਨੇ। ਬਹੁਤਾ ਇਹ ਕਿਹਾ ਜਾ ਰਿਹਾ ਕਿ ਜਿਹੜਾ ਢੰਗ ਤਰੀਕਾ ਅਪਣਾਇਆ ਗਿਆ ਇਹ ਮਾੜਾ, ਪਰ ਇਹ ਤਰੀਕਾ ਤਾਂ ਸਾਰੇ ਹੀ ਰਾਜ ਜਿਹਦਾ ਮਰਜ਼ੀ ਹੋਵੇ ਪੁਲਿਸ ਇਦਾਂ ਹੀ ਕਰਦੀ ਹੈ। ਤੇ ਤਰੀਕੇ ਨਾਲੋਂ ਅਗਲੀ ਗੱਲ ਹੁਣ ਇਹ ਆ ਗਈ ਕਿ ਫੜਿਆ ਉਹਨੂੰ, ਤੁਸੀਂ ਕਿਹਾ ਵੀ ਵਿਜੀਲੈਂਸ ਦਾ ਕੇਸ ਆ ਜੀ, ਪਰ ਜੇ ਡਰੱਗ ਮਨੀ ਦਾ ਜਾਂ ਡਰੱਗ ਨਾਲ ਸੰਬੰਧਿਤ ਕੇਸ ਆ ਉਹ ਤਾਂ ਫਿਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਾਂ ਪੁਲਿਸ ਮਾਮਲਾ ਬਣਦਾ। ਵਿਜੀਲੈਂਸ ਦਾ ਕੰਮ ਤਾਂ ਇੱਥੇ ਤੱਕ ਰਹਿ ਜਾਂਦਾ ਨਾ ਕਿ ਜੀ ਕੋਈ ਸਰਕਾਰੀ ਮੁਲਾਜ਼ਮ ਜਿਹੜਾ ਹੈ ਉਹ ਲੋਕਾਂ ਤੋਂ ਕਿਸੇ ਵੀ ਗਲਤ ਤਰੀਕੇ ਨਾਲ ਪੈਸੇ ਇਕੱਠੇ ਕਰ ਰਿਹਾ ਹੋਵੇ, ਤੇ ਉਹ ਪੀਪਲ ਸਰਵੈਂਟ ਜਿਹਨੂੰ ਕਹਿੰਦੇ ਆ ਵੀ ਲੋਕਾਂ ਦੇ ਵਿੱਚ ਤੁਸੀਂ ਜੀ ਇਸ ਤਰ੍ਹਾਂ ਨਹੀਂ ਕਰ ਸਕਦੇ। ਹੁਣ ਇਹ ਗੱਲ ਅੱਜ ਇੱਕ ਚਰਨਜੀਤ ਸਿੰਘ ਚੰਨੀ ਸਾਬਕਾ ਮੰਤਰੀ ਨੇ ਵੀ ਕਹੀ ਕਿ ਪਹਿਲਾਂ ਤਾਂ ਸਾਡੇ ਉੱਤੇ ਬੜਾ ਦੋਸ਼ ਆ ਕਿ ਸਾਡੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਕਸਮ ਖਾਧੀ ਸੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਿ ਜੀ 1 ਮਹੀਨੇ 'ਚ ਅਸੀਂ ਨਸ਼ਾ ਮੁਕਾ ਦੇਣਾ, ਤੇ ਜਦੋਂ ਕੋਈ ਕਾਰਵਾਈ ਨਹੀਂ ਹੋਈ ਫਿਰ ਅਸੀਂ ਕਹਿੰਦੇ ਉਹਨੂੰ ਲਾਇਆ ਸੀਗਾ ਤੇ ਬਣ ਗਿਆ, ਫਿਰ ਮੇਰੀ ਬਣ ਗਈ ਸਰਕਾਰ, ਚੰਨੀ ਕਹਿੰਦਾ। ਤੇ ਅਸੀਂ ਸਾਰੀ ਉਹ ਜਾਂਚ ਪੜਤਾਲ ਕਰਕੇ ਜਦੋਂ FIR ਕੱਟਤੀ ਤਾਂ ਉਦੋਂ ਉਹਨੂੰ ਪਲੀ ਮਿਲ ਗਈ, ਅਦਾਲਤ ਵਿੱਚੋਂ ਸਟੇ ਲੈ ਗਿਆ ਕਿ ਵੋਟਾਂ ਤੋਂ ਬਾਅਦ ਪੇਸ਼ ਹੋ ਜੂ, ਤੇ ਵੋਟਾਂ ਤੋਂ ਬਾਅਦ ਉਹ ਆਪਣਾ ਜੇਲ੍ਹ ਯਾਤਰਾ ਵੀ ਕਰ ਚੁੱਕਿਆ, ਤੇ ਉਦੋਂ ਤਾਂ ਉਸ FIR 'ਚ ਨਸ਼ੇ ਵਾਲੀ 'ਚ ਕੋਈ ਕਾਰਵਾਈ ਭਗਵੰਤ ਮਾਨ ਦੀ ਸਰਕਾਰ ਨੇ, ਚੰਨੀ ਕਹਿੰਦਾ, ਕੀਤੀ ਨਹੀਂ। ਹੁਣ ਵਿਜੀਲੈਂਸ ਦਾ ਇੱਕ ਕੇਸ ਨਵਾਂ ਪਾ ਕੇ ਉਹਦੇ 'ਚ ਗ੍ਰਿਫਤਾਰੀ ਕਰਕੇ ਇਹ ਗਲਤ ਕੀਤਾ ਜਾ ਰਿਹਾ ਵੀ ਮੈਂ ਤਾਂ ਇਸ ਤਰੀਕੇ ਨਾਲ ਗਲਤ ਕਹਿਣਾ, ਚੰਨੀ ਦਾ ਇਹ ਕਹਿਣਾ। ਇੱਕ ਸਾਬਕਾ ਪੁਲਿਸ ਅਧਿਕਾਰੀ ਚੱਟੋਪਾਧਿਆ ਜਿਹੜਾ ਖਾੜਕੂ ਲਹਿਰ ਦੇ ਵਿੱਚ ਵੱਡੇ ਜਿਹੜੇ ਸਾਡੇ ਜਰਨੈਲ ਸੀ ਉਹਨਾਂ ਦੀਆਂ ਸ਼ਹਾਦਤਾਂ ਸਮੇਤ ਹੋਰ ਬਹੁਤ ਸਾਰੇ ਕਾਰਨਾਂ ਕਰਕੇ ਲੋਕਾਂ ਦੀ ਨਜ਼ਰ ਦੇ ਵਿੱਚ ਪੰਥਕ ਤੌਰ ਤੇ ਉਹ ਬੜਾ ਬਦਨਾਮ ਹੈ। ਪਰ ਇਹਨਾਂ ਦਿਨਾਂ ਦੇ ਵਿੱਚ ਉਹ ਕਹਿੰਦਾ ਹੈਗਾ ਕਿ ਇਹ ਬਿਕਰਮ ਸਿੰਘ ਮਜੀਠੀਏ ਤੇ ਹੋਰ ਸਾਰਿਆਂ ਦੇ ਬਾਰੇ ਜਿਹੜੀ ਜਾਂਚ ਅਸੀਂ ਕਰ ਚੁੱਕੇ ਹਾਂ, ਜਿਹੜੀ ਅਦਾਲਤ ਵਿੱਚ ਜਮ੍ਹਾਂ ਕਰਾਈਆਂ ਸੀਗੀਆਂ ਫਾਈਲਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ, ਉਹਦੇ ਅਨੁਸਾਰ ਵੀ ਇਹਨਾਂ ਨੇ ਤਾਂ ਬਹੁਤ ਘਪਲੇ ਕੀਤੇ ਨੇ, ਤੇ ਇਹਨਾਂ ਕੋਲੇ ਜਿਹੜੇ ਆ ਬਾਹਰੋਂ ਬੰਦੇ ਆਉਂਦੇ ਰਹੇ, ਕੁਛ ਨਾਂ ਵੀ ਲੈਂਦਾ, ਸੱਤੀ, ਪਿੰਦੂ, ਬਿੱਟੂ, ਕੁਛ ਨਾਂ ਵੀ ਲੈਂਦਾ ਉਹ ਵੀ ਇਹ ਬੰਦੇ ਸਰਕਾਰ ਦੇ ਜਿਹੜੇ ਆਹ MLA ਹੋਸਟਲ ਆ ਇੱਥੇ ਰਹਿੰਦੇ ਰਹੇ, ਤੇ MLA ਜਿਹੜੇ ਸੀ ਜਾਂ ਪੁਲਿਸ ਅਫਸਰ ਤੇ ਨਸ਼ੇ ਵਾਲੇ ਤੇ ਇਹ ਸਾਰੇ ਰਲ ਕੇ ਪੰਜਾਬ ਦੇ ਵਿੱਚ ਚਿੱਟੇ ਦਾ ਕਾਰੋਬਾਰ ਲੈ ਕੇ ਆਏ, ਤੇ ਉਹ ਸਾਰੀਆਂ ਸਾਡੇ ਕੋਲੇ ਰਿਪੋਰਟਾਂ ਨੇ, ਤੇ ਐਤਕੀ ਅਸੀਂ ਛੱਡਣਾ ਨਹੀਂ। ਉਹ ਚੱਟੋਪਾਧਿਆ ਵਿਜੀਲੈਂਸ ਕੋਲੇ ਵੀ ਪੇਸ਼ ਹੋਇਆ। ਉਸ ਤੋਂ ਬਾਅਦ ਵਿੱਚ ਜਿਨ੍ਹਾਂ ਦਾ ਨਾਂ ਭੋਲੇ ਵਾਲੀ ਜਾਂਚ ਵਿੱਚ ਆਇਆ ਸੀ, ਬਿੱਟੂ ਔਲਖ ਤੇ ਚਹਿਲ ਕਰਕੇ ਇੱਕ, ਤੇ ਹੋਰ ਸਾਰੇ ਅੱਜ ਉਹ ਵੀ ਜਾ ਕੇ ਆਏ ਨੇ। ਕਹਿਣ ਤੋਂ ਭਾਵ ਇਹ ਹੈ ਕਿ ਪਿਛਲੇ 10-15 ਸਾਲਾਂ ਦੇ ਵਿੱਚ ਚਿੱਟੇ ਦੇ ਤੇ ਨਸ਼ੇ ਦੇ ਨਾਲ ਸੰਬੰਧਿਤ ਜਾਂ ਹੋਰ, ਚਾਹੇ ਉਹ ਇਹ ਬਿੱਟੂ ਔਲਖ ਵਰਗੇ ਉਹ ਬੰਦੇ ਨੇ ਜਿਹੜੇ ਭੋਲੇ ਵਾਲੇ, ਜਗਦੀਸ਼ ਭੋਲੇ ਵਾਲੇ ਰੌਲੇ 'ਚ ਚਰਚਾ 'ਚ ਜਿਨ੍ਹਾਂ ਦਾ ਨਾਂ ਆਏ, ਉਹ ਭਾਵੇਂ ਅਦਾਲਤਾਂ ਤੋਂ ਹੁਣ ਜੇਲ੍ਹ ਯਾਤਰਾ ਭੁਗਤ ਕੇ ਆਪਦੇ ਘਰਾਂ 'ਚ ਆ ਚੁੱਕੇ ਨੇ, ਤੇ ਜਾਂ ਚੱਟੋਪਾਧਿਆ ਵਰਗੇ ਆ, ਉਹ ਸਾਰਿਆਂ ਨੂੰ ਹੁਣ ਸੱਦਿਆ ਜਾ ਰਿਹਾ। ਇਸ ਗੱਲ ਦੇ ਉੱਤੇ ਕਈ
ਸਿਆਸੀ ਜਿਹੜੀਆਂ ਧਿਰਾਂ ਨੇ ਉਹ ਇਤਰਾਜ਼ ਕਰ ਰਹੀਆਂ ਨੇ ਭਗਵੰਤ ਮਾਨ ਦੀ ਸਰਕਾਰ ਉੱਤੇ ਕਿ ਤੁਸੀਂ ਆ 2-3 ਸਾਲ ਕੱਢਦੇ ਤਾਂ ਸ਼ੁਰੂ ਚ ਹੀ ਉਦੋਂ ਕਰ ਲੈਂਦੇ, ਹੁਣ ਨੂੰ ਤਾਂ ਕੇਸ ਕੰਢੇ ਬੰਨੇ ਲੱਗਿਆ ਹੋਣਾ ਸੀ। ਤੇ ਜਿਸ ਤਰੀਕੇ ਨਾਲ ਤੁਸੀਂ ਹੁਣ ਗ੍ਰਿਫਤਾਰ ਕਰਕੇ ਅਜੇ ਸ਼ੁਰੂ ਕੀਤੀ ਗੱਲ, ਇਹ ਤਾਂ ਫਿਰ ਜਿਹੜਾ ਹੈਗਾ ਕੁਛ ਨਹੀਂ ਬਣਨਾ। ਤੇ ਇਹੀ ਇਤਰਾਜ਼ ਨੂੰ ਅਗਲੇ ਪੜਾਅ ਦੇ ਵਿੱਚ ਇਹ ਸਿਆਸੀ ਆਗੂ ਕਹਿੰਦੇ ਨੇ ਕਿ ਜੀ ਹੋਣਾ ਹਾਣਾ ਤਾਂ ਕੀ ਆ, ਕਰਨਾ ਹੀ ਨਹੀਂ ਕੁਝ ਚਾਹੁੰਦੇ। ਇਹ ਗੱਲ ਜਿੰਨੇ ਵੀ ਭਗਵੰਤ ਮਾਨ ਦੀ ਸਰਕਾਰ ਦੇ ਕ੍ਰਿਟਿਕ ਨੇ, ਆਲੋਚਕ ਨੇ, ਉਹ ਸਾਰਿਆਂ ਵੱਲੋਂ ਇਹ ਗੱਲ ਪੂਰੇ ਯਕੀਨ ਨਾਲ ਲੋਕਾਂ 'ਚ ਦੱਸੀ ਜਾ ਰਹੀ ਆ ਕਿ ਅਸੀਂ ਇਸ ਗ੍ਰਿਫਤਾਰੀ ਦਾ, ਇਸ ਸਾਰੇ ਮਾਹੌਲ ਦਾ, ਬਿਕਰਮਜੀਤ ਸਿੰਘ ਮਜੀਠੀਆ ਵਾਲੀ ਸਾਰੀ ਘਟਨਾ ਦਾ ਵਿਰੋਧ ਇਸ ਕਰਕੇ ਕਰ ਰਹੇ ਆ ਕਿ ਜੇ ਤਾਂ ਵਾਕਿਆ ਹੀ ਸਰਕਾਰ ਨੇ ਉਹਨੂੰ ਸਜ਼ਾ ਕਰਾਉਣ ਦਾ ਸੋਚਿਆ ਹੋਵੇ ਜਾਂ ਉਧਰ ਨੂੰ ਗੱਲ, ਸਾਨੂੰ ਕਦੇ ਬੜੀ ਸਪਸ਼ਟਤਾ ਕਿ ਇਹ ਤਾਂ ਇੱਕ ਡਰਾਮਾ ਆ, ਕਾਫੀ ਚਿਰ ਚੱਲੂ, ਅਖੀਰ ਤੇ ਸੁਰਖਰੂ ਹੋ ਕੇ ਬਿਕਰਮਜੀਤ ਸਿੰਘ ਮਜੀਠੀਆ ਘਰੇ ਬਹਿ ਜੂ ਤੇ ਇਹ ਸਰਕਾਰ ਜਿਹੜੀ ਆ ਭਗਵੰਤ ਮਾਨ ਵਾਲੀ ਇਹ ਕਹਿਣ ਜੋਗੀ ਹੋ ਜੂ ਵੀ ਅਸੀਂ ਦੇਖੋ ਜੀ ਫੱਟੇ ਚੱਕ ਤੇ ਫਲਾਨਾ ਫੜ ਲਿਆ ਸੀ, ਫਲਾਨਾ ਛੱਡਤਾ ਸੀ। ਸੋ ਇੱਕ ਸ਼ੋਸ਼ੇਬਾਜ਼ੀ ਆ, ਇੱਕ ਡਰਾਮੇਬਾਜ਼ੀ ਆ, ਇਸ ਤਰੀਕੇ ਨਾਲ ਜਿਹੜੀ ਗੱਲ ਵਾ ਉਹ ਕੀਤੀ ਜਾ ਰਹੀ ਹੈ। ਹੁਣ ਅੱਜ ਉਹਨੂੰ ਗੱਡੀ 'ਚ ਬਿਠਾ ਕੇ ਸੋਲਨ ਮਾਫ ਕਰਨਾ ਸ਼ਿਮਲੇ ਵਿੱਚ ਕਿਸੇ ਜਗ੍ਹਾ ਤੇ ਲੈ ਕੇ ਗਏ ਨੇ। ਹੁਣ ਖਾੜਕੂ ਲਹਿਰ ਦੇ ਦਿਨਾਂ 'ਚ ਹੁੰਦਾ ਸੀ ਵੀ ਜੀ ਉਹ ਫਲਾਨੇ ਤੋਂ ਹਥਿਆਰ ਰਿਕਵਰ ਕਰਾਉਣੇ ਆ, ਜਾਂ ਆਮ ਜਿਹੜੇ ਬਾਅਦ 'ਚ ਆਮ ਅਪਰਾਧੀ ਆ ਉਹਨਾਂ ਤੋਂ ਵੀ ਕੋਈ ਰਿਕਵਰੀ। ਹੁਣ ਵਿਜੀਲੈਂਸ ਦਾ ਜੇ ਕੇਸ ਆ, ਉੱਥੇ ਕਿੱਥੇ ਜ਼ਮੀਨ ਚੱਕ ਕੇ ਲਿਆਉਣੀ ਆ ਵੀ ਇੱਥੇ ਜ਼ਮੀਨ ਸੀਗੀ ਇਸ ਨੂੰ ਦਿਖਾਉਣ ਗਿਆ ਸੀ। ਹੁਣ ਪਤਾ ਨਹੀਂ ਕਿਹੜਾ ਚੱਕਰ ਆ, ਪਰ ਸ਼ੋਸ਼ੇਬਾਜ਼ੀ ਤੇ ਡਰਾਮੇਬਾਜ਼ੀ ਵਾਕਈ ਬੜੀ ਹੋ ਰਹੀ ਆ। ਹਰ ਰੋਜ਼ ਕਿਸੇ ਨਾ ਕਿਸੇ ਬੰਦੇ ਨੂੰ ਸੱਦ ਕੇ ਮੀਡੀਆ ਦੇ ਵਿੱਚ ਨਵੀਂ ਖਬਰ ਵੀ ਪਹਿਲੀ ਭੁੱਲ ਜਾਓ, ਆ ਤੁਹਾਨੂੰ ਨਵਾਂ ਦਿਖਾਉਂਦੇ ਆ। ਉਹ ਜਿਵੇਂ ਮਦਾਰੀ ਖੇਡਾਂ ਕਰਦੇ ਆ ਨਾ ਤੇ ਝੁਰਲੂ ਨਵਾਂ ਫੇਰ ਕੇ ਨਵੀਂ ਹਰ ਆਈਟਮ ਕੱਢਦੇ ਆ, ਉਵੇਂ ਹਰ ਚੜ੍ਹਦੀ ਸਵੇਰ 11-12 ਵਜੇ ਤੱਕ ਭਗਵੰਤ ਮਾਨ ਦੀ ਸਰਕਾਰ ਲੋਕਾਂ ਨੂੰ ਕੋਈ ਨਵਾਂ ਸੱਪ ਕੱਢ ਕੇ ਦਿਖਾਉਂਦੀ। ਤੇ ਅੱਜ ਇਹ ਵੀ ਚਰਚਾ ਚੱਲਦੀ ਰਹੀ ਕਿ ਪਤਾ ਨਹੀਂ ਉਹਨੂੰ ਸ਼ਿਮਲੇ ਕਿਉਂ ਲੈ ਕੇ ਗਏ ਨੇ, ਹਾਲਾਂਕਿ ਉਹ ਤਾਂ ਬਹੁਤ ਫਲੱਡ ਆਇਆ, ਹੜ੍ਹ ਆਏ ਹੋਏ ਨੇ ਤੇ ਪਾਣੀ ਕਰਕੇ ਜ਼ਿਆਦਾ ਸਰਕਾਰ ਨੇ ਹਿਮਾਚਲ ਦੇ ਵਿੱਚ ਸਕੂਲ ਕਾਲਜ ਤੇ ਹੋਰ ਵਿਦਿਅਕ ਅਦਾਰੇ ਵੀ ਬੰਦ ਕੀਤੇ ਹੋਏ ਨੇ। ਕਈ ਲੋਕ ਰੁੜ ਰੜ ਗਏ, ਕਈ ਉੱਥੇ ਨੁਕਸਾਨ ਹੋ ਗਏ, ਜਿਹੜੇ ਘਰ-ਬਾਰਾਂ ਦਾ ਵੀ ਨੁਕਸਾਨ। ਇਹ ਸਾਰੇ ਕਾਸੇ ਦੇ ਵਿੱਚ ਜਿਹੜਾ ਮਾਹੌਲ ਹੈ ਉਹਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਏ ਦੇ ਜਿਨ੍ਹਾਂ ਨੇ ਠੋਕ ਵਜਾ ਕੇ ਬੀਤੇ ਸਮੇਂ 'ਚ ਖਿਲਾਫਤ ਕੀਤੀ ਆ, ਉਹ ਇੱਕ ਤਰੀਕੇ ਨਾਲ ਸਿਆਸੀ ਪ੍ਰਵਾਨ ਉਹਦੀ ਹਮਾਇਤ ਕਰੀ ਜਾਂਦੇ ਨੇ। ਤੇ ਭਗਵੰਤ ਮਾਨ ਵਾਲੀ ਸਰਕਾਰ ਕਹਿੰਦੀ ਅਸੀਂ ਹੋਰ ਵੀ ਕਾਫੀ ਫੜਨਾ। ਤੇ ਹੁਣ ਕਿਹਨੂੰ ਕਿਹਨੂੰ ਫੜਿਆ ਜਾਣਾ, ਉਹਦੇ ਵਿੱਚ ਆਮ ਬੰਦਾ ਤਾਂ ਇਹੀ ਸੋਚੂਗਾ ਕਿ ਬਾਦਲ ਦਲ ਦੇ ਹੋਰ ਆਗੂ ਫੜੇ ਜਾ ਸਕਦੇ ਆ, ਕਿਉਂਕਿ ਜਿਹੜਾ ਕਾਗਜ਼ ਪੱਤਰ ਜਿਹਾ ਸਾਹਮਣੇ ਕੱਢਿਆ ਵੀ 540 ਕਰੋੜ ਬਿਕਰਮਜੀਤ ਸਿੰਘ ਮਜੀਠੀਏ ਦਾ, ਉਹਦੇ ਵਿੱਚ ਇੱਕ ਦਿਨ ਉਹਦੀ ਜਿਹੜੀ ਧਰਮ ਪਤਨੀ ਆ ਬੀਬੀ ਗਨੀਵ ਕੌਰ ਮਜੀਠੀਆ ਤੇ ਐਮਐਲਏ ਦੀ ਆ, ਉਹਦਾ ਵੀ ਇੱਕ ਦਿਨ ਜੇਕਰ ਛੇੜੀ ਫਿਰਦੇ ਸੀ। ਵਿੱਚ ਹੀ ਕਹਿੰਦੇ ਆ ਵੀ ਪੈਸੇ ਜਿਹੜੇ ਆ ਉਹਦੇ ਵਿੱਚੋਂ ਗਾਹਾਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਖਾਤੇ 'ਚ ਚਲੇ ਗਏ। ਤੋ ਕੋਈ ਕਹਿੰਦਾ ਸੁਖਬੀਰ ਬਾਦਲ ਨੂੰ ਹੱਥ ਪਾਣਾ, ਕੋਈ ਕਹਿੰਦਾ ਕਿਸੇ ਨੂੰ। ਪਰ ਇਹ ਸਾਰੇ ਕਾਸੇ ਤੋਂ ਬਿਨਾਂ ਭਗਵੰਤ ਮਾਨ ਦੀ ਸਰਕਾਰ ਦੇ ਬਾਰੇ ਇਹ ਜ਼ਿਆਦਾ ਕਿਹਾ ਜਾ ਰਿਹਾ ਵੀ ਚੰਨੀ ਕਹਿੰਦਾ ਉਹਨਾਂ ਨੇ ਮੈਨੂੰ ਫੜਨਾ, ਚਰਨੀ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਕਾਂਗਰਸ ਵਾਲਾ। ਪ੍ਰਗਟ ਸਿੰਘ ਕਹਿੰਦਾ ਲੈ ਉਦੋਂ ਪਹਿਲਾਂ ਤਾਂ ਮੈਨੂੰ ਚੱਕ ਲੈਣਾ। ਤੋ ਇਸ ਮਾਹੌਲ ਦੇ ਵਿੱਚ ਪਤਾ ਨਹੀਂ ਕੀ ਆ ਕਿ ਪਿਛਲੇ 5-4 ਦਿਨ ਤੋਂ ਹਰੇਕ ਆਗੂ ਜਿਹੜਾ ਉਹ ਪੱਬਾਂ ਭਾਰ ਹੋਇਆ ਫਿਰਦਾ ਵੀ ਮੈਨੂੰ ਫੜ ਲੈਣਾ, ਮੈਨੂੰ ਵਿਜੀਲੈਂਸ ਨੇ ਘੇਰ ਲੈਣਾ, ਮੈਨੂੰ ਫਲਾਣੇ ਨੇ ਘੇਰ ਲੈਣਾ। ਸੋ ਇਸ ਮਾਹੌਲ ਦੇ ਵਿੱਚ ਜਦੋਂ ਕਿ ਬਿਕਰਮ ਮਜੀਠੀਆ ਵਾਲਾ ਕਿਸੇ ਤਣ ਪਤਣ ਗੱਲ ਲੱਗੀ ਨਹੀਂ ਸੀ ਤੇ ਹਾਂ ਦਾ ਨਾਰਾ ਇੱਕ ਮਾਰ ਬੈਠਿਆ ਕੁੰਵਰ ਵਿਜੇ ਪ੍ਰਤਾਪ। ਵੈਸੇ ਕੁੰਵਰ ਵਿਜੇ ਪ੍ਰਤਾਪ ਜਦੋਂ ਤੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਬਣਿਆ, ਉਹ ਬਰਗਾੜੀ ਬਹਿਬਲ ਤੇ ਹੋਰ ਮਸਲਿਆਂ ਦੇ ਉੱਤੇ ਲੋਕਾਂ ਦੇ ਵਿੱਚ ਵੀ ਤੋਏ ਤੋਏ ਕਰਾਉਂਦਾ, ਕਹਿੰਦੇ ਜੀ ਇਹਨੇ ਆਹ ਕਹਿਤਾ, ਉਹ ਕਰਤਾ, ਇਹਨੇ ਵਧੀਆ ਨਹੀਂ ਕੀਤਾ। ਪਰ ਦੂਜੇ ਪਾਸੇ ਉਹਦੀ ਪੂਰੀ ਪਾਰਟੀ ਉਹਦੇ ਖਿਲਾਫ ਆ, ਉਹ ਟਾਈਮ ਮੰਗਦਾ ਹੀ ਮਰ ਗਿਆ। ਅੱਜ ਤੱਕ ਉਹਨੂੰ ਟਾਈਮ ਦਿੱਤਾ ਨਹੀਂ ਤੇ ਹੁਣ ਅਸੈਂਬਲੀ ਦੇ ਵਿੱਚ ਉਹਨੂੰ ਬੋਲਣ ਤੋਂ ਬਗੈਰ ਹੀ ਸਸਪੈਂਡ ਕਰਤਾ, ਜਦੋਂ ਕਿ 3.5 ਸਾਲ ਉਹ ਇਸੇ ਚੱਕਰ 'ਚ ਟਾਈਮ ਕੱਢ ਗਿਆ ਵੀ ਹੋ ਸਕਦਾ ਕਦੇ ਮੈਨੂੰ ਉੱਥੇ ਬੋਲਣ ਦਾ ਮੌਕਾ ਮਿਲੇ। ਕੁੰਵਰ ਵਿਜੇ ਪ੍ਰਤਾਪ ਪੰਜਾਬ ਤੋਂ ਬਾਹਰੋਂ ਆ ਕੇ, ਬਿਹਾਰ ਦਾ ਉਹ ਕਹਿੰਦੇ ਅਫਸਰ ਸੀਗਾ, ਇੱਥੇ ਨੌਕਰੀ ਕਰਨ ਆਇਆ। ਇੱਥੇ ਲੋਕਾਂ ਦੇ ਵਿੱਚ ਕਈ ਕਾਰਨਾਂ ਕਰਕੇ ਉਹਦਾ ਅਸਰ ਰਸੂਖ ਵੀ ਬਣ ਗਿਆ। ਫਿਰ ਇਲੈਕਸ਼ਨ ਲੜੀ ਤੇ ਜਿੱਤ ਗਿਆ। ਆਮ ਆਦਮੀ ਪਾਰਟੀ ਨੇ
ਲੋਕਾਂ ਦੇ ਜਜ਼ਬਾਤ ਨੂੰ ਆਪਦੇ ਹੱਕ ਵਿੱਚ ਕੈਸ਼ ਕਰਾਉਣ ਲਈ ਕਿ ਆਹ ਦੇਖੋ ਜੀ ਬਰਗਾੜੀ ਤੇ ਬਾਈਬਲ ਵਰਗੇ ਕਾਂਡ, ਕਿਉਂਕਿ ਆਮ ਸਿੱਖ ਦੇ ਦਿਮਾਗ ਵਿੱਚ ਸਲਾਵਤਪੁਰਾ ਡੇਰਾ ਕਾਂਡ, ਬਰਗਾੜੀ ਬਾਈਬਲ ਕਾਂਡ, ਬੇਅਦਬੀਆਂ ਤੇ ਹੋਰ ਬਹੁਤ ਕੁਝ, ਜਿਵੇਂ ਬਾਦਲਕਿਆਂ ਦੇ ਖਿਲਾਫ ਗੁੱਸਾ ਸੀ ਨਾ, ਉਸ ਗੁੱਸੇ ਦਾ ਇੱਕ ਸਿੰਬਲ ਜਿਹੜਾ ਸੀ ਉਹ ਇਹ ਬਣਿਆ ਸੀ ਕੁੰਵਰ ਵਿਜੇ ਪ੍ਰਤਾਪ। ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਜਿੱਥੇ ਹੋਰ ਬਹੁਤ ਸਾਰੇ ਕਾਰਨ ਸੀ, ਉੱਥੇ ਕੁੰਵਰ ਵਿਜੇ ਪ੍ਰਤਾਪ ਦੇ ਕਰਕੇ ਵੀ ਵੋਟ ਆ ਜਿਹੜੀ ਉਹ ਆਮ ਆਦਮੀ ਪਾਰਟੀ ਨੂੰ ਪਈ ਸੀ। ਪਰ ਹੁਣ ਉਹਨਾਂ ਨੂੰ ਲੱਗਦਾ ਕਿ ਵੋਟਾਂ ਬਾਟਾਂ ਦੇ ਲਈ ਨਵੇਂ ਏਜੰਡੇ, ਨਵੇਂ ਬੰਦੇ ਮਿਲ ਗਏ ਨੇ ਤੇ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਦਾ ਝਟਕਾ ਕਰਤਾ। ਪਰ ਗੱਲ ਸੋਚਣ ਵਾਲੀ ਇਹ ਆ ਕਿ ਇਦੋਂ ਪਹਿਲਾਂ ਬੜੇ ਲੋਕ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਬਣਾਉਣ 'ਚ ਪੂਰੀ ਠੋਕ ਵਜਾ ਕੇ ਮਿਹਨਤ ਕੀਤੀ। ਬਾਹਰਲੇ ਮੁਲਕਾਂ 'ਚ ਪੰਥਕ ਸਭਾ ਨਾਲ ਸੰਬੰਧਿਤ ਲੋਕਾਂ ਦਾ ਵੀ ਰੌਲਾ ਪੈਂਦਾ। ਪਿੱਛੇ ਜੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੇ ਵੀ ਕਿਹਾ ਸੀਗਾ ਵੀ ਬੜਾ ਮੂੰਹ ਰੁਪਈਆ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਦੇਤਾ ਵੀ ਅਸੀਂ ਕੰਮ ਕਰਾਵਾਂਗੇ। ਤੇ ਵਾਕਿਆ ਹੀ ਸਾਡੇ ਬਹੁਤ ਸਾਰੇ ਖਾਲਿਸਤਾਨੀ ਸਭਾ ਨਾਲ ਸੰਬੰਧਿਤ ਲੋਕਾਂ ਤੇ ਵੀ ਇਹ ਲੋਕਾਂ ਦਾ ਦੋਸ਼ ਹੈ ਕਿ ਤੁਸੀਂ ਕਹਿੰਦੇ ਸੀ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਾਲਾ ਕੰਮ ਜ਼ਰੂਰ ਕਰਾ ਲੈਣਾ, ਉਹਦੀ ਰਿਹਾਈ ਹੋ ਜਾਣੀ ਆ, ਇਹ ਗੱਲ ਤਾਂ ਕੋਈ ਬਣੀ ਨਾ। ਵਾਕਿਆ ਹੀ ਉਹਨਾਂ ਸਾਰਿਆਂ ਨਾਲ ਧੋਖਾ ਕੀਤਾ, ਪਰ ਸਭ ਤੋਂ ਵੱਡਾ ਧੋਖਾ ਜਿਹੜਾ ਹੈਗਾ ਉਹ ਆਮ ਵੋਟਰ ਨਾਲ ਹੋਇਆ, ਜਿਹਨੇ ਇਸ ਪਾਰਟੀ 'ਚ ਪੂਰਾ ਭਰੋਸਾ ਦਿਖਾਇਆ ਸੀ। ਕੁਛ ਨਹੀਂ ਉਹੋ ਜਿਹਾ ਹੋ ਸਕਿਆ ਜਿਹੜਾ ਆਸ ਕੀਤੀ ਸੀ। ਪਰ ਜਿਵੇਂ ਇਹਨਾਂ ਨੇ ਦਿੱਲੀ ਦੇ ਵਿੱਚ ਜਿਹੜੇ ਇਹਨਾਂ ਦੇ ਹਮਾਇਤੀ ਸੀ ਉਹਨਾਂ ਦੇ ਝਟਕਾ ਕੀਤਾ, ਫਿਰ ਆਪਣੀਆਂ ਪੰਜਾਬ ਜਾਂ ਸਿੱਖਾਂ ਦੀਆਂ ਜਿਹੜੀ ਗੱਲਾਂ 'ਚ ਆ ਜਾਈਏ ਤਾਂ ਸੁਖਪਾਲ ਸਿੰਘ ਖਹਿਰਾ, ਫਿਰ ਇੱਕ ਉਹ ਜੱਸੀ ਜਸਰਾਜ ਹੁੰਦਾ ਸੀ ਗਾਉਣ ਵਾਲਾ ਮੁੰਡਾ, ਫਿਰ ਕੰਵਰ ਸੰਧੂ ਤੇ ਸੁੱਚਾ ਸਿੰਘ ਛੋਟੇਪੁਰ ਤੇ ਫੂਲਕਾ ਸਾਹਿਬ ਤੇ ਹੋਰ ਬੜੇ ਨੇ, ਡਾਕਟਰ ਦਲਜੀਤ ਸਿੰਘ। ਤੋਂ ਕਹਿਣ ਤੋਂ ਭਾਵ ਕਿ ਆਮ ਆਦਮੀ ਪਾਰਟੀ ਨੇ ਉਹ ਸਾਰੇ ਬੰਦੇ ਝਟਕਾਏ ਜਿਨ੍ਹਾਂ ਦੇ ਸਿਰ ਤੇ ਪਾਰਟੀ ਦਾ ਕਿਸੇ ਵੇਲੇ ਸਤਿਕਾਰ ਵਧਿਆ। ਡਾਕਟਰ ਧਰਮਵੀਰ ਸਿੰਘ ਗਾਂਧੀ, ਇੱਕ ਜਰਨੈਲ ਸਿੰਘ ਸੀ ਦਿੱਲੀ ਵਾਲਾ, ਜਿਹਨੇ ਇੱਕ ਨਵੰਬਰ 84 ਦਾ ਮਸਲਾ ਉਭਾਰਨ 'ਚ ਸਿੱਖ ਸੈਂਟੀਮੈਂਟਸ ਨੂੰ ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲਾਮਬੰਦ ਕਰਨ ਲਈ ਬੜਾ ਉਹਦਾ ਰੋਲ ਸੀ। ਹਰਿੰਦਰ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਵੀ ਰਹੇ ਆ, ਸਕੱਤਰ ਰਹੇ ਆ ਸ਼੍ਰੋਮਣੀ ਕਮੇਟੀ ਦੇ। ਇਹ ਤੋਂ ਪਹਿਲਾਂ ਉਹ ਨਾਰਵੇ ਦੇ ਵਿੱਚ ਇੰਡੀਆ ਦੇ ਸਫੀਰ ਸੀਗੇ, ਦੂਤ ਸੀਗੇ, ਤੇ 84 ਮੌਕੇ ਉਹਨਾਂ ਨੇ ਨੌਕਰੀ ਛੱਡੀ ਸੀ। ਭਾਈ ਬਲਦੀਪ ਸਿੰਘ ਰਾਗੀ ਸਾਹਿਬ ਸਾਡੇ, ਗੁਰਪ੍ਰੀਤ ਘੁੱਗੀ। ਤੋ ਇਵੇਂ ਇੱਕ ਬੜੀ ਵੱਡੀ ਲਿਸਟ ਵਾ ਜਿਨ੍ਹਾਂ ਦਾ ਬੜਾ ਕੱਦ ਕਾਠ ਤੇ ਪ੍ਰਭਾਵ ਸੀ। ਇਹ ਲੋਕ ਚਲੋ ਮੰਨ ਲਈ ਵੀ ਖਾਲਿਸਤਾਨੀ ਸਭਾ ਦੇ ਨੇੜੇ ਨਹੀਂ ਲੱਗ ਸਕਦੇ, ਇਹ ਬੰਦੇ ਬਾਦਲ ਧੜੇ ਦੇ ਲਾਇਕ ਹੀ ਨਹੀਂ ਹੈਗੇ, ਕਿਉਂਕਿ ਉਹਨਾਂ ਨੂੰ ਜਿਹੋ ਜਿਹਾ ਬੰਦਾ ਚਾਹੀਦਾ ਉਹ ਕੈਟਾਗਰੀ 'ਚ ਫਿੱਟ ਨਹੀਂ ਬੈਠਦੇ। ਇਹ ਕਾਂਗਰਸੀ ਵੀ ਨਹੀਂ ਬਣ ਸਕਦੇ ਤੇ ਇਹ ਭਾਜਪਾਈ ਵੀ ਨਹੀਂ ਬਣ ਸਕਦੇ ਸੀ। ਇਹਨਾਂ ਦਾ ਲੈ ਦੇ ਕੇ ਓਟ ਆਸਰਾ ਆਮ ਆਦਮੀ ਪਾਰਟੀ ਸੀ, ਪਰ ਇਹਨਾਂ ਨੂੰ ਇਹੋ ਜਿਹਾ ਜਲੀਲ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਜਾਂ ਤਾਂ ਇਹ ਬਿਲਕੁਲ ਘਰੇ ਬਹਿ ਜਾਣ ਤੇ ਜਾਂ ਫਿਰ ਰਵਾਇਤੀ ਪਾਰਟੀਆਂ ਦਾ ਝੰਡਾ ਚੱਕਣ। ਤੋਂ ਇਸ ਮਾਹੌਲ ਦੇ ਵਿੱਚ ਇਹ ਇੱਕ ਲਿਸਟ 'ਚ ਵਾਧਾ ਹੀ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੱਕ ਝਟਕਾ ਕਰਕੇ ਇਹ ਬੜੀ ਉਹਨਾਂ ਦੀ ਕੌਮ ਮਾਰ ਕੇ ਟੰਗਣ ਵਾਲੀ ਜਿਹੜੀ ਖੇਡ ਆ ਨਾ ਆਮ ਆਦਮੀ ਪਾਰਟੀ ਦੀ, ਵੀ ਕਦੇ ਇੱਕ ਸਿੰਗਲਾ ਸੀਗਾ ਉਹਨੂੰ ਪਿੱਛੇ ਜੇ ਫੜ ਲਿਆ ਤੇ ਉਹਦੇ ਬਾਰੇ ਆਪ ਭਗਵੰਤ ਮਾਨ ਨੇ ਦਾਅਵਾ ਕੀਤਾ ਸੀਗਾ ਵੀ ਇਹ ਕਰਪਸ਼ਨ ਕਰਦਾ, ਮੈਨੂੰ ਪੱਕਾ ਪਤਾ, ਮੰਨ ਵੀ ਗਿਆ, ਕਹਿੰਦਾ ਮੇਰੇ ਕੋਲ। ਮੁੜ ਕੇ ਜਦੋਂ ਉਹਦਾ ਸਾਰਾ ਮਸਲਾ ਅਦਾਲਤਾਂ ਦਾ ਜਾਂ ਥਾਣਿਆਂ, ਉਹ ਹੁਣ ਕਹਿੰਦੇ ਉਹ ਤਾਂ ਕੋਈ ਗੱਲ ਹੀ ਨਹੀਂ, ਕੋਈ ਨਹੀਂ। ਪਿਛਲੇ ਹਫ਼ਤੇ ਤਾਂ ਜਿੰਨੇ ਵੀ ਉਹਨਾਂ ਦੇ ਦਾਗੀ ਸੀ ਕੀਤੇ ਹੋਏ ਉਹ ਸਾਰੇ, ਹੁਣ ਲੋਕ ਇਹ ਸਮਝਣ ਲੱਗ ਪਏ ਕਿ ਅੱਜ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਵੀ ਕਹਿੰਦਾ ਸੀ ਵੀ ਇਹ ਪਹਿਲਾਂ ਇੱਕ ਆਪ ਦਾ ਬੰਦਾ ਫੜਦੇ ਆ ਤੇ ਲੋਕਾਂ 'ਚ ਪ੍ਰਭਾਵ ਜਾਂਦਾ ਵੀ ਮਾੜੇ ਕੰਮ ਕਰਨ ਵਾਲਾ ਤਾਂ ਇਹ ਆਪ ਦਾ ਬੰਦਾ ਵੀ ਨਹੀਂ ਛੱਡਦੇ, ਤੇ 4-5 ਫਿਰ ਦੂਜਿਆਂ ਦੇ ਚੱਕ ਲੈਂਦੇ ਆ, ਦੂਜੀਆਂ ਸਿਆਸੀ ਪਾਰਟੀਆਂ ਦੇ, ਫਿਰ ਆਪਦੇ ਬੰਦੇ ਨੂੰ ਕਲੀਨ ਚਿੱਟ ਦੇ ਲੈਂਦੇ ਆ
ਤੇ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਟੰਗ ਦਿੰਦੇ ਆ ਵੀ ਇਸ ਤਰੀਕੇ ਨਾਲ ਇਹ ਖੇਡ ਖੇਡਦੇ। ਆਮ ਆਦਮੀ ਪਾਰਟੀ ਵੱਲੋਂ ਜਿਸ ਤਰੀਕੇ ਨਾਲ ਪੰਜਾਬ ਦੀ ਸਿਆਸਤ ਉੱਤੇ ਕਬਜ਼ਾ ਕਰਨ ਤੋਂ ਬਾਅਦ ਆ ਸਾਰਾ ਕੁਝ ਖੇਡਿਆ ਜਾ ਰਿਹਾ, ਇਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਦਾ ਹੋਇਆ। ਭਾਵੇਂ ਉਹਦੇ ਕਾਰਨ ਉਹਨਾਂ ਨੇ ਆਪ ਪੈਦਾ ਕੀਤੇ, ਜਿਹੜੀ ਉਹਨਾਂ ਦਾ ਪੱਕਾ ਹਮਾਇਤੀ ਵੋਟ ਸੀ, ਪੰਥਕ ਸ਼ਕਤੀ ਤੇ ਕਿਸਾਨੀ, ਇਹਨਾਂ ਦੋਨਾਂ ਨੂੰ ਪੂਰੀ ਮਿਹਨਤ ਨਾਲ ਆਪਦੇ ਨਾਲੋਂ ਤੋੜਿਆ। ਬੀਜੇਪੀ ਨਾਲ ਗੱਠਜੋੜ ਇੱਕ ਪਾਸੇ ਤਾਂ ਸਿਆਸੀ ਲੋੜ ਆ, ਮਜਬੂਰੀ ਆ, ਬਦਲ ਕੇ ਨਹੀਂ ਚੱਲ ਸਕਦੇ ਕਿਸੇ ਇਸ ਤਰ੍ਹਾਂ ਦੀ ਧਿਰ ਤੋਂ ਬਗੈਰ, ਇਹ ਉਹਨਾਂ ਦਾ ਮੰਨਣਾ। ਪਰ ਜਦੋਂ ਉਹਨਾਂ ਨੇ ਇਹ ਗੱਠਜੋੜ ਕੀਤਾ ਤਾਂ ਭੁੱਲ ਹੀ ਗਏ ਕਿ ਇਹ ਹਿੰਦੂ ਸਿੱਖ ਏਕਤਾ ਨਹੀਂ ਹੈ, ਇਹ ਤਾਂ ਸਿਆਸੀ ਸਵਾਰਥਾਂ ਦੀ ਇੱਕ ਇਹੋ ਜਿਹੀ ਸ਼ਤਰੰਜੀ ਚਾਲ ਆ ਜਿਹਦੇ ਵਿੱਚ ਅਸੀਂ ਆਪਦਾ ਕੰਮ ਲੋਟ ਕਰਨਾ, ਉਹਨਾਂ ਨੇ ਆਪਦਾ ਕੰਮ ਲੋਟ ਕਰਨਾ। ਉਹਨਾਂ ਦਿਨਾਂ ਦੇ ਵਿੱਚ ਭਾਜਪਾ ਨੇ ਤਾਂ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਆਪਦਾ ਪ੍ਰਭਾਵ ਵਧਾਉਣ ਲਈ, ਆਪਦੇ ਸੈੱਲ ਪੈਦਾ ਕਰਨ ਲਈ ਪੂਰਾ ਜਿਹੜਾ ਸਾਰਾ ਤਾਮਾ ਝਾਮਾ ਸਰਕਾਰ ਦਾ ਵਰਤਿਆ। ਜਦੋਂ ਸਾਂਝੀ ਸਰਕਾਰ ਸੀ, ਇਹਨਾਂ ਬਾਦਲ ਕਿਸੇ ਨੇ ਇਹਦੇ ਉਲਟ ਕੰਮ ਕੀਤਾ ਵੀ ਜਿਹੜਾ ਇਹਨਾਂ ਦਾ ਵੋਟ ਬੈਂਕ ਸੀ, ਸਮਰਥਕ ਬ੍ਰਿਗੇਡ ਸੀ, ਉਹਨੂੰ ਘਟਾਉਣਾ ਕਿਵੇਂ। ਉਹਨਾਂ ਦਿਨਾਂ ਦੇ ਵਿੱਚ ਡੇਰਾ ਸਰਸਾ ਦੀ ਅੰਨੀ ਹਮਾਇਤ ਕਰਕੇ ਜਾਂ ਹੋਰ ਪੰਥ ਦੋਖੀਆਂ ਦੀ ਅੰਨੀ ਹਮਾਇਤ ਕਰਕੇ ਜਿਸ ਤਰੀਕੇ ਨਾਲ ਪੰਥਕ ਸੋਚ ਦਾ ਘਾਣ ਕੀਤਾ ਗਿਆ, ਛਿੱਤਰ ਫੇਰਿਆ ਗਿਆ, ਜਲੀਲ ਕੀਤਾ ਗਿਆ, ਉਹ ਲੋਕ ਕਦੇ ਭੁੱਲ ਨਹੀਂ ਸਕਦੇ। ਫਿਰ ਆਸ਼ੂਤੋਸ਼, ਡੇਰਾ ਸਰਸਾ ਜਾਂ ਹੋਰ ਡੇਰਿਆਂ ਦੇ ਵਾਂਗ ਆਰਐਸਐਸ ਦਾ ਇੱਕ ਟੈਗ ਇਹੋ ਜਿਹਾ ਕੌਮ 'ਚ ਸਾਡੇ ਹੈ ਵੀ ਉਹ ਪੂਰੇ ਬਾਦਲ ਧੜੇ ਤੇ ਲੱਗਿਆ ਵੀ ਇਹ ਤਾਂ ਆਰਐਸਐਸ ਦੀ ਬੋਲੀ ਬੋਲਦੇ। ਸਿੱਖਾਂ ਦੇ ਕੌਮ ਦੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਇਹ ਚੀਜ਼ ਨੇ ਬਾਦਲ ਧੜੇ ਦਾ ਜਿਹੜਾ ਪੱਖ ਆ ਉਹ ਕਮਜ਼ੋਰ ਕੀਤਾ। ਜਦੋਂ ਪੂਰਨ ਤੌਰ ਤੇ ਸਿੱਖਾਂ ਦੇ ਵਿੱਚ ਇਹ ਗੱਲ ਵੱਸਦੀ ਜਾ ਰਹੀ ਸੀ, ਉਦੋਂ ਲੋਕਾਂ ਨੇ ਬੜਾ ਕਲਪਣਾ, ਅਸੀਂ ਵੀ ਬੋਲਦੇ ਰਹੇ ਹਾਂ, ਹੋਰ ਦੁਨੀਆ ਨੇ ਵੀ ਆ ਤੁਸੀਂ ਕੀ ਕਰ ਰਹੇ। ਪਰ ਉਦੋਂ ਬਾਦਲ ਜੁੰਡਲੀ ਨੇ ਇਹੀ ਰੱਖਿਆ ਹੋਇਆ ਸੀਗਾ ਵੀ ਆਪਾਂ ਕੋਈ ਪਰਵਾਹ ਕਰੋ ਨਾ, ਜਿਹੜੇ ਇਦੋਂ ਐਂਟੀ ਸਿੱਖ ਵੋਟ ਆ ਉਹ ਮਿਲ ਜੂ। ਉਹ ਐਂਟੀ ਸਿੱਖ ਵੋਟ ਜਿਹੜੀ ਡੇਰਿਆਂ ਡੂਰਿਆਂ ਵਾਲੀ ਸੀ ਉਹਦੀ ਜ਼ਿਆਦਾ ਤਵੱਕੋ ਰੱਖੀ ਪੰਥਕ ਵੋਟ ਹੱਥੋਂ ਗਵਾਉਣ 'ਚ, ਤੇ ਉਹ ਪੰਥਕ ਵੋਟ ਨੂੰ ਇੰਨਾ ਕੁ ਪਰਾਂ ਧੱਕਿਆ ਵੀ ਉਹ ਆਮ ਆਦਮੀ ਪਾਰਟੀ ਦੀ ਝੋਲੀ ਪੈ ਗਈ। ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ 'ਚ ਉਹੀ ਵੋਟ ਬੈਂਕ ਕੰਮ ਆਇਆ ਜਿਹੜਾ ਕਿਸੇ ਟਾਈਮ ਬਾਦਲ ਦਲ ਨੂੰ ਮਜ਼ਬੂਤ ਕਰਦਾ ਸੀ। ਸੋ ਆਮ ਆਦਮੀ ਪਾਰਟੀ ਮਜ਼ਬੂਤ ਹੁੰਦੀ ਗਈ, ਬਾਦਲ ਧੜਾ ਕਮਜ਼ੋਰ ਹੁੰਦਾ ਗਿਆ। ਇਸੇ ਸਮੇਂ ਦੌਰਾਨ ਕਿਸਾਨ ਸੰਘਰਸ਼ ਜਿਹੜਾ ਸੀ ਉਹ ਚੱਲਿਆ। ਅਸਲੀ ਸੱਟ ਮਾਰੀ ਆ ਬਾਦਲ ਧੜੇ ਨੂੰ ਕਿਸਾਨੀ ਨੇ, ਕਿਸਾਨ ਸੰਘਰਸ਼ ਨੇ। ਉਸ ਮੌਕੇ ਵੱਡੇ ਬਾਦਲ ਤੋਂ ਵੀਡੀਓ ਬਣਵਾ ਕੇ ਪਾਈ ਸੁਖਵੀਰ ਨੇ, ਸੁਖਵੀਰ ਆਪ ਡਟ ਗਿਆ। ਫਿਰ ਬੀਬਾ ਹਰਸਿਮਰਤ ਕੌਰ, ਪਤਾ ਨਹੀਂ ਕੀ ਇਹਨਾਂ ਦੇ ਵਿੱਚ ਕਹਾਣ ਸੀ ਕਿ ਇਹ ਬੀਜੇਪੀ ਦੇ ਸਾਹਮਣੇ ਆਕੜ ਕੇ ਨਹੀਂ ਖੜ ਸਕੇ। ਹੁਣ ਤੱਕ ਮਨਪ੍ਰੀਤ ਸਿੰਘ ਅਯਾਲੀ ਤੇ ਹੋਰ ਬਾਦਲ ਧੜੇ ਦੇ ਆਗੂ ਕਹਿੰਦੇ ਆ ਕਿ ਅਸੀਂ ਉਦੋਂ ਕਹਿੰਦੇ ਰਹੇ, ਤੇ ਆਖਰ ਉਹ ਬਿੱਲ ਫਿਰ ਵਾਪਸ ਹੋ ਵੀ ਗਏ, ਤੇ ਪਰ ਜਿਹੜਾ ਇਹਨਾਂ ਨੇ ਗਵਾਇਆ ਉਹ ਮੁੜ ਕੇ ਹੱਥ ਨਹੀਂ ਆਇਆ। ਸੋ ਪੰਥਕ ਵੋਟ ਬੈਂਕ ਤੇ ਕਿਸਾਨੀ ਨਾਲ ਸੰਬੰਧਿਤ ਵੋਟ ਬੈਂਕ ਇਹ ਗਵਾ ਕੇ ਅੱਜ ਦੀ ਤਰੀਕ 'ਚ ਜਿੱਥੇ ਮਰਜ਼ੀ ਖੜ ਜਾਣ ਬਾਦਲ ਧੜੇ ਵਾਲੇ, ਉਹਨਾਂ ਨੂੰ ਵੋਟ ਨਹੀਂ ਪਈ। ਅੱਜ ਲੁਧਿਆਣੇ ਵਾਲੀ ਇਲੈਕਸ਼ਨ ਤੋਂ ਬਾਅਦ ਆਪਾਂ ਦੇਖ ਹੀ ਲਿਆ। ਤੇ ਇਸ ਮਾਹੌਲ ਦੇ ਵਿੱਚ ਆ ਜਿਹੜਾ ਸਾਰਾ ਵਰਤਾਰਾ ਚੱਲ ਰਿਹਾ, ਇਹਦੇ ਨਾਲ ਹੋਰ ਜ਼ਿਆਦਾ ਨੁਕਸਾਨ ਜਿਹੜਾ ਉਹ ਹੋਵੇਗਾ। ਤੇ ਜਿਹੜੇ ਬਾਦਲ ਧੜੇ ਦੇ ਆਗੂ ਨੇ, ਉਹਨਾਂ ਦੀ ਸਭ ਤੋਂ ਮਾੜੀ ਗੱਲ ਜੇ ਕੋਈ ਹੈ ਤਾਂ ਉਹ ਇਹ ਹੈ ਕਿ ਉਹ ਅੱਜ ਵੀ ਪੰਥਕ ਵੋਟ ਬੈਂਕ ਨੂੰ ਜਲੀਲ ਕਰ, ਆਪਦੀ ਗਲਤੀ ਮੰਨਣ ਦਾ ਉਹਨਾਂ ਕੋਲ ਇੱਕ ਮੌਕਾ ਸੀ 2 ਦਸੰਬਰ ਵਾਲੇ ਹੁਕਮਨਾਮੇ ਤੋਂ ਬਾਅਦ। ਉਹ ਆਪਣੀ ਖੋਹੀ ਹੋ ਚੁੱਕੇ ਜ਼ਮੀਨ ਆ ਜਿਹੜੀ, ਉਹਨੂੰ ਮੁੜ ਹਾਸਲ ਕਰ ਸਕਦੇ, ਪਰ ਉਹਨਾਂ ਨੇ ਪੰਥਕ ਜਜ਼ਬਾਤ ਦੀ ਇੱਕ ਇਸ ਤਰੀਕੇ ਨਾਲ ਬੇਅਦਬੀ ਕੀਤੀ, ਤਿਰਸਕਾਰ ਕੀਤਾ ਕਿ ਜਿਹੜਾ ਮਾੜਾ ਮੋਟਾ ਉਹਨਾਂ ਦੇ ਹੱਕ ਵਿੱਚ ਆਉਣ ਦੀ ਕੋਸ਼ਿਸ਼ ਕਰ ਸਕਦਾ ਸੀ ਉਹ ਵੀ ਨਹੀਂ। ਤੇ ਇਸ ਮਾਹੌਲ ਦੇ ਵਿੱਚ ਆਮ ਸਿੱਖ ਨੇ ਜਦੋਂ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਨੂੰ ਜਿਤਾਇਆ,
ਉਸ ਮੌਕੇ ਦੇ ਮਾਹੌਲ ਨੂੰ ਜਦੋਂ ਚੇਤੇ ਕਰਦੇ ਆ ਬੜਾ ਔਖਾ ਲੱਗਦਾ ਕਿ ਕਿਵੇਂ ਵਿਰਸਾ ਸਿੰਘ ਬਲਟੋਹੇ ਦੀ ਹਮਾਇਤ ਵਿੱਚ ਬੋਲਣ ਮੌਕੇ ਸੁਖਬੀਰ ਸਿੰਘ ਬਾਦਲ ਨੇ ਕੋਈ ਕਸਰ ਨਹੀਂ ਛੱਡੀ। ਆਮ ਸਿੱਖ ਨੂੰ ਭਾਈ ਅਮਰਤਪਾਲ ਸਿੰਘ ਦੇ ਉੱਤੇ ਬੜਾ ਹੈ ਕਿ ਉਹ ਡਿਬਰੂਗੜ੍ਹ ਜੇਲ੍ਹ 'ਚ ਨਜਾਇਜ਼ ਬੰਦ ਕੀਤਾ ਹੋਇਆ, ਤੇ ਉਹਨਾਂ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਪੂਰਾ ਗੱਡ ਕੇ ਵੀ ਇਹ ਤਾਂ ਬੀਜੇਪੀ ਦਾ ਬੰਦਾ, ਏਜੰਸੀਆਂ ਦਾ ਬੰਦਾ, ਇਹ ਤਾਂ ਫਲਾਨਾ ਮਾੜਾ ਚੰਗਾ ਬੋਲ, ਤੇ ਇਹ ਗੱਲ ਆਮ ਸਿੱਖ ਨੂੰ ਚੰਗੀ ਨਹੀਂ ਲੱਗੀ। ਲੋਕ ਪੂਰੀ ਮਤਲਬ ਜਿਵੇਂ ਚਿੜ ਕੇ ਵੋਟ ਪਾਈ ਦੀ ਆ, ਏਦਾਂ ਫਿਰ ਜਿਹੜਾ ਸਰਬਜੀਤ ਸਿੰਘ ਨੂੰ ਤੇ ਅਮਰਤਪਾਲ ਸਿੰਘ ਨੂੰ ਜਿਤਾਇਆ ਲੋਕ। ਤੋਂ ਇਹ ਤੋਂ ਬਾਅਦ ਵਿੱਚ ਇਹ ਸਮਝ ਆ ਜਾਣੀ ਚਾਹੀਦੀ ਸੀ, ਆ 2 ਦਸੰਬਰ ਤੋਂ ਪਹਿਲਾਂ ਸਭ ਕੁਝ ਸਪਸ਼ਟ ਸੀ ਕਿ ਲੋਕ ਜਿਹੜੇ ਆ ਸਾਤੋਂ ਨਾਰਾਜ਼ ਨੇ, ਦੁਖੀ ਨੇ, ਤੇ ਅਸੀਂ ਲੋਕਾਂ ਨੂੰ ਨੇੜੇ ਲਾਉਣ ਦੇ ਲਈ ਸਿਆਸੀ ਬੰਦੇ ਤਾਂ 100 ਟਟਵੈਰ ਕਰਦੇ, ਪਰ ਇਹਨਾਂ ਨੂੰ ਮਿਲਿਆ ਮਿਲਾਇਆ ਮੌਕਾ ਵੀ ਅਸੀਂ ਤਾਂ ਜੀ ਮੁਕਤਸਰ ਜਾ ਕੇ ਕਹਿੰਦਾ ਵੈਸੇ ਹੀ ਅਸੀਂ ਤਾਂ ਮੰਨ ਗਏ, ਅਸੀਂ ਤਾਂ ਕੋਈ ਕਰਤੂਤ ਕੀਤੀ ਹੋਈ ਨਹੀਂ। ਹਾਲਾਂਕਿ ਸਭ ਨੂੰ ਪਤਾ ਕਿ ਗੜਬੜ ਕੀ ਆ। ਕੋਈ ਇਹ ਥੋੜੀ ਕਹਿੰਦਾ ਵੀ ਸੁਖਬੀਰ ਬਾਦਲ ਨੇ ਸਰਸੇ ਵਾਲਾ ਨੂੰ ਸਰੂਪ ਚੱਕ ਕੇ ਦੇਤੇ ਜਾਂ ਕਿਹਾ ਵੀ ਅੱਗਾਂ ਲਾ ਦੋ ਜਾਂ ਇਸ ਤਰ੍ਹਾਂ ਕੋਈ ਗੱਲ। ਲੋਕ ਇਹ ਕਹਿੰਦੇ ਆ ਕਿ ਤੁਹਾਡੀ ਸਰਕਾਰ ਸੀ, ਤੁਹਾਡੇ ਤੇ ਮਾਣ ਸੀ ਕਿ ਤੁਸੀਂ ਦੋਸ਼ੀਆਂ ਨੂੰ, ਹੁਣ ਜਿਹਨੇ ਕਰਤੂਤ ਕਰਨੀ ਆ ਉਹਨੇ ਤਾਂ ਕਰਨੀ ਹੋਈ ਆ, ਚੋਰ ਨੇ ਤਾਂ ਚੋਰੀ ਕਰਨੀ ਹੈ, ਪਰ ਜਿਹੜਾ ਇਲਾਕੇ ਦਾ ਥਾਣੇਦਾਰ ਆ ਉਹਦੀ ਕਾਬਲੀਅਤ ਇਸ ਗੱਲ 'ਚ ਆ ਕਿ ਉਹ ਚੋਰ ਨੂੰ ਫੜੇ ਤੇ ਜਿਹਦਾ ਨੁਕਸਾਨ ਹੋਇਆ ਉਹਦੀ ਤਸੱਲੀ ਹੋ ਜੇ, ਉਸ ਪਾਸੇ ਨੂੰ ਗੱਲ ਜਾਣ ਹੀ ਨਹੀਂ ਦਿੱਤੀ। ਤੇ ਉਹਦਾ ਨਤੀਜਾ ਕੀ ਆ ਕਿ ਅੱਜ ਅਗਲਾ ਕਹਿੰਦਾ ਵੀ ਠੀਕ ਆ, ਫਿਰ ਤੁਸੀਂ ਬੈਠੋ ਆਰਾਮ ਨਾਲ ਘਰੇ। ਸੋ ਬਾਦਲ ਧੜੇ ਲਈ ਆ ਜਿਹੜਾ ਬਿਕਰਮਜੀਤ ਸਿੰਘ ਮਜੀਠੀਏ ਵਾਲਾ ਐਪੀਸੋਡ ਆ, ਇਹ ਹੋਰ ਜ਼ਿਆਦਾ ਘਾਤਕ ਸਾਬਤ ਹੋਏਗਾ, ਹੋਰ ਜ਼ਿਆਦਾ ਮਾੜਾ ਹੋਏਗਾ। ਇਸ ਕਰਕੇ ਕਹਿ ਰਹੇ ਆ ਵੀ ਇਤਿਹਾਸ ਤੇ ਜਦੋਂ ਨਜ਼ਰ ਮਾਰਦੇ ਆ, ਕਿਸੇ ਵੀ ਅਕਾਲੀ ਨੂੰ, ਅਕਾਲੀਆਂ ਤੇ ਬੜੇ ਮੁਕੱਦਮੇ ਬਣੇ, ਆਪਣੇ ਵੱਡੇ ਬਜ਼ੁਰਗ ਅਕਾਲੀ ਸੀ, ਮੁਕੱਦਮੇ ਬਣੇ, ਜੇਲ੍ਹਾਂ ਭੁਗਤੀਆਂ, ਕਦੇ ਪੰਜਾਬੀ ਸੂਬਾ ਮੋਰਚਾ, ਕਦੇ ਆਨੰਦਪੁਰ ਦੇ ਮਤੇ ਲਈ, ਕਦੇ ਐਮਰਜੈਂਸੀ, ਬੜੇ ਮੋਰਚੇ ਲੱਗੇ। ਪਰ ਆ ਜਿਹੜਾ ਹੈਗਾ ਵੀ ਕਦੇ ਕਰਪਸ਼ਨ ਕੇਸ 'ਚ ਫੜ ਕੇ ਵੱਡੇ ਬਾਦਲ ਨੂੰ ਤੇ ਛੋਟੇ ਬਾਦਲ ਨੂੰ ਅੰਦਰ ਦੇਤਾ, ਤੇ ਕਦੇ ਆ ਜਿਹੜਾ ਹੁਣ ਵਾ ਵੀ ਚਿੱਟੇ ਦਾ ਨਸ਼ਾ ਜੀ, ਨਸ਼ੇ 'ਚ ਕੇਸ 'ਚ ਫੜ ਲਿਆ ਜੀ ਫਲਾਨਾ। ਇਹ ਸਾਰਾ ਕੁਝ ਜਿਹੜਾ ਹੈਗਾ ਬੜਾ ਮਾੜਾ ਹੈ। ਖੈਰ, ਜਿਸ ਤਰੀਕੇ ਨਾਲ ਪੰਜਾਬ ਦੀ ਧਰਤੀ ਉੱਤੇ ਪੰਥਕ ਸ਼ਕਤੀ ਨੂੰ ਲਾਮਬੰਦ ਕਰਨ ਦੀ, ਨਵੇਂ ਸਿਰਿਓਂ ਉਭਾਰਨ ਦੀ ਲੋੜ ਆ, ਇਸ ਪਾਸੇ ਜ਼ਰੂਰ ਆਉਣਾ ਪੈਣਾ। ਜੇ ਬਾਦਲ ਕਿਆਂ ਤੋਂ ਦੁਖੀ ਆ ਤਾਂ ਫਿਰ ਇਹਦਾ ਕੋਈ ਨਵਾਂ ਅਲਟਰਨੇਟਿਵ ਦੇਣਾ ਪੈਣਾ। ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਇਹ ਥੋੜੀ ਬਦਲਨੇ। ਸੋ ਕੌਮ ਨੂੰ ਇਸ ਪਾਸੇ ਵੱਲ ਆਉਣਾ ਪਊ, ਕਿਉਂਕਿ ਸਿੱਖਾਂ ਨੂੰ ਬੜੇ ਤਰੀਕੇ ਨਾਲ ਕੌਮੀ ਤੌਰ ਤੇ ਇਹ ਸਿਆਸੀ ਗਣ ਚੱਕਰ ਆਪਦੀ ਥਾਂ ਤੇ, ਇਹ ਸਿਆਸੀ ਗਦੀ ਗੇਟ ਚੱਲਦੇ ਲਾਉਂਦੇ ਰਹਿੰਦੇ ਨੇ, ਕਦੇ ਕੋਈ ਪਾਰਟੀ ਅੱਗੇ ਪਿੱਛੇ ਹੋ ਜਾਂਦੀ, ਪਰ ਸਾਡੀ ਕੌਮ ਦਾ, ਸਾਡੀ ਆਇਡੈਂਟੀਟੀ ਦਾ ਸਵਾਲ ਹੈ ਤੇ ਸਾਡੇ ਸਾਹਮਣੇ ਆ ਕਿ ਸਾਡੇ ਕੌਮ ਦੇ ਨਾਲ ਕਿਵੇਂ ਖਿਲਵਾੜ ਕੀਤਾ ਜਾਂਦਾ। ਪਿਛਲੇ ਹਫ਼ਤੇ ਉਹਦਾ ਦਲਜੀਤ ਦੋਸਾਂਝ ਕਲਾਕਾਰ ਦਾ ਰੌਲਾ ਪਾ ਕੇ ਬਹਿ ਗਏ, ਹਾਲਾਂਕਿ ਸਭ ਨੂੰ ਪਤਾ ਕਿ ਜਦੋਂ ਫਿਲਮ ਦੀ ਸ਼ੂਟਿੰਗ ਹੋਈ ਆ ਉਦੋਂ ਇੰਡੀਆ ਤੇ ਪਾਕਿਸਤਾਨ ਦਾ ਕੋਈ ਮਸਲਾ ਨਹੀਂ ਸੀ, ਤੇ ਉਹਦੇ ਵਿੱਚ ਕੋਈ ਪਾਕਿਸਤਾਨ ਦਾ ਕੁੜੀ ਆ ਕਲਾਕਾਰ, ਉਹਦੇ ਬਹਾਨੇ ਜਿਸ ਤਰੀਕੇ ਨਾਲ ਕੌਮ ਨੂੰ ਜਲੀਲ ਕਰਨ ਦੇ ਲਈ ਇਹ ਤਾਂ ਗਦਾਰ ਨੇ, ਇਹ ਤਾਂ ਐ ਨੇ, ਇਹ ਤਾਂ ਉਹ ਨੇ, ਹੁਣ ਇਹ ਸਿਖਾਉਣਗੇ ਸਿੱਖਾਂ ਨੂੰ ਵੀ ਦੇਸ਼ ਨਾਲ ਪਿਆਰ ਕਿਵੇਂ ਕਰੀਦਾ, ਜਾਂ ਕਿਵੇਂ। ਇੱਥੇ ਪੰਜਾਬ ਦੀ ਧਰਤੀ ਉੱਤੇ ਸਭ ਤੋਂ ਵੱਧ ਜੰਗੀ ਵਿਧਵਾਵਾਂ ਨੇ, ਉਹ ਹੈ ਵੀ 1947 ਤੋਂ ਬਾਅਦ ਦੀਆਂ, ਇੰਡੀਆ ਦਾ ਹੀ ਪਾਰਲੀਮੈਂਟ ਦਾ ਇਹ ਕਹਿਣਾ ਹੈ, ਤੇ ਇਹ ਕਹਿੰਦੇ ਆ ਜੀ ਦੇਸ਼ ਦੀ ਰਾਖੀ ਲਈ ਜਾਂ ਇਸ ਤਰ੍ਹਾਂ। ਸੋ ਕੁੱਲ ਮਿਲਾ ਕੇ ਹੋ ਸਕਦਾ ਦਲਜੀਤ ਦੋਸਾਂਝ ਦੀ ਇਹ ਫਿਲਮ ਉਨੀ ਕਾਮਯਾਬ ਨਾ ਹੁੰਦੀ, ਪਰ ਜਦੋਂ ਉਹਨੇ ਭੜਕ ਮਾਰੀ ਕਿ ਮੈਨੂੰ ਨਹੀਂ ਪਰਵਾਹ ਤੁਹਾਡੀ, ਚੱਕੀ ਰੱਖੋ ਆਪਦਾ ਬਾਲੀਵੁੱਡ, ਫੇਰ ਤਾਂ ਜਿਹੜੇ ਜਿਹੜੇ ਉਹਦੇ ਹੱਕ 'ਚ ਬੋਲੇ ਸੀ, ਖਿਲਾਫ ਬੋਲਦੇ ਫਿਰਦੇ ਸੀ ਪਹਿਲਾਂ, ਉਹਨਾਂ ਨੂੰ ਵੀ ਅਕਲ ਟਿਕਾਣੇ ਲਿਆਤੀ। ਇਸ ਮੌਕੇ ਪੂਰਾ ਸਿੱਖ ਜਗਤ ਦਲਜੀਤ ਦੋਸਾਂਝ ਦੇ ਮਗਰ ਉਵੇਂ ਖੜਾ ਵੀ ਚਾਹੇ ਸਾਡੇ ਮੁੰਡੇ ਨੇ 100 ਗਲਤੀਆਂ ਕੀਤੀਆਂ ਹੋਣ, ਅੱਜ ਜੇ ਤੁਸੀਂ ਸਾਡੇ ਮੁੰਡੇ ਨੂੰ ਘੂਰਦੇ ਹੋ, ਕਿਉਂਕਿ ਲਾਲਿਆਂ ਨੂੰ ਅਗਲਾ ਕਹਿੰਦਾ ਜੀ ਇਹ ਗੱਲ ਇਹ ਹੈ ਵੀ ਉਹਨੇ ਕਦੇ ਤਿਰੰਗਾ ਚੱਕ ਲੈਣਾ ਸਿਰ ਤੇ, ਉਹ ਲੈ ਕੇ ਘੁੰਮਦਾ ਜਾਂ ਫਿਰਦਾ ਸੀ ਇੱਕ ਪ੍ਰੋਗਰਾਮ 'ਚ, ਕਦੇ ਮੋਦੀ ਕੋਲੇ ਜਾ ਕੇ ਬਹਿ ਗਿਆ, ਇੱਕ ਉਹ ਕਰਮਕਾਂਡ ਜਾਂ ਵੀ ਕਰਦੇ ਦੀ ਵੀਡੀਓ ਦੇਖੀ ਮੈਂ, ਬੜਾ ਕੁਝ ਕਰਦਾ ਉਹ। ਪਰ ਜਦੋਂ ਅੱਜ ਉਹਨੂੰ
ਇੱਕ ਸਿੱਖਾਂ ਦਾ ਮੁੰਡਾ ਹੋਣ ਦੇ ਨਾਤੇ ਇਹ ਲਾਲਿਆਂ ਨੇ ਜਲੀਲ ਕਰਨਾ ਚਾਹਿਆ ਤਾਂ ਪੂਰੀ ਕੌਮ ਉਹਦੇ ਹੱਕ 'ਚ ਡਟ ਗਈ। ਅੱਜ ਸਿੱਖ ਨੌਜਵਾਨੀ ਇੰਨੀ ਕੁ ਚੇਤੰਨ ਜ਼ਰੂਰ ਹੋ ਗਈ ਆ ਕਿ ਆਪਾਂ ਆਪਦੀ ਕੌਮ ਦੇ ਨਾਲ ਕਿਵੇਂ ਵਫਾ ਕਰਨਾ। ਖੈਰ, ਅੱਜ ਇੱਥੇ ਸਮਾਪਤੀ ਕਰਦੇ ਆ, ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।